ਹਰਜੀਤ ਸਿੰਘ ਜੀ ਪਿਛਲੇ ਕੁਝ ਹਫ਼ਤਿਆਂ ਤੋਂ ਧਰਮ ਕੀ ਹੈ ਦੇ ਵਿਸ਼ੇ ਦੇ ਉੱਤੇ ਆਪ ਜੀ ਨਾਲ ਵਿਚਾਰ ਸਾਂਝੇ ਕਰਦੇ ਆ ਰਹੇ ਹਾਂ। ਅੱਜ ਦਾ ਕਨਕਲੂਡਿੰਗ ਸੈਸ਼ਨ ਉਸ ਦੀ ਪੂਰੀ ਸਮਰੀ ਅਤੇ ਜਿਹੜੇ ਕੁਝ ਇੱਕ ਸਵਾਲ ਪਿਛਲੇ ਹਫ਼ਤੇ ਸੰਗਤ ਵੱਲੋਂ ਉਠਾਏ ਗਏ ਸੀਗੇ ਉਹਨਾਂ ਦੇ ਬਾਰੇ ਵਿਚਾਰ ਆਪ ਜੀ ਨਾਲ ਸਾਂਝੇ ਕਰਨਗੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਆਰੰਭ ਕਰਨ ਜੀ ਸਰ ਹਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਾਰੇ ਗੁਰੂ ਪਿਆਰੇ ਗੁਰਮੁਖ ਜਨੋ, ਅਸੀਂ ਪਿਛਲੀਆਂ ਵਿਚਾਰਾਂ ਵਿੱਚ ਧਰਮ ਦੀ ਪੂਰੀ ਵਿਚਾਰ ਕਰ ਚੁੱਕੇ ਹਾਂ। ਅੱਜ ਤੱਕ ਕੇਵਲ ਸਿਰਫ ਦੁਬਾਰਾ ਉਸ ਤੇ ਕੁਝ ਵਿਚਾਰਾਂ ਅਸੀਂ ਕਰ ਰਹੇ ਹਾਂ। ਜੋ ਅਸੀਂ ਪੜ੍ਹਿਆ ਹੈ ਜਾਂ ਜੋ ਅਸੀਂ ਵਿਚਾਰਿਆ ਹੈ ਉਸ ਨੂੰ ਦੁਬਾਰਾ ਆਪਣੇ ਰੀਕੈਪ ਕਰਨ ਲਈ ਮਨ ਵਿੱਚ, ਜੇ ਅਸੀਂ ਸਾਰੇ ਜਿੰਨੇ 5-6 ਜਾਂ ਲੈਕਚਰ ਕੀਤੇ ਹਨ ਜਾਂ ਸੁਣੇ ਹਨ ਉਹਨਾਂ ਵਿੱਚ ਅਸੀਂ ਕੀ ਕੀਤਾ। ਧਰਮ ਦਾ ਜਦੋਂ ਜ਼ਿਕਰ ਆਉਂਦਾ ਹੈ ਤਾਂ ਵੱਖਰੇ ਵੱਖਰੀਆਂ ਵਿਚਾਰਧਾਰਾਵਾਂ ਸਾਡੇ ਦਿਮਾਗ ਵਿੱਚ ਜਨਮ ਲੈ ਲੈਂਦੀਆਂ। ਧਰਮ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਧਾਰਨ ਕਰਨ ਵਾਲਾ, ਧਾਰਨ ਕਰਨ ਵਾਲੀ ਵਸਤੂ, ਉਹ ਵਸਤੂ ਜਿਸ ਦੇ ਆਸਰੇ ਤੇ ਸਾਰਾ ਵਿਸ਼ਵ ਖੜਾ ਹੈ। ਧਰਮ ਨੂੰ ਦੂਜੇ ਲਫ਼ਜ਼ਾਂ ਵਿੱਚ ਮਜ਼ਹਬ, ਦੀਨ, ਮਤ, ਪੁੰਨ, ਨੇਕੀ ਇਹ ਲਫ਼ਜ਼ ਵੀ ਇਸ ਦੇ ਲਈ ਵਰਤੇ ਜਾਂਦੇ ਹਨ। ਜਿਸ ਤਰ੍ਹਾਂ ਦਰਿਆ ਦੀ ਬੇੜੀ ਬਲਾਹ ਤੋਂ ਬਿਨਾਂ ਪਾਰ ਨਹੀਂ ਲੱਗ ਸਕਦੀ, ਇਸੇ ਤਰ੍ਹਾਂ ਧਰਮ ਤੋਂ ਬਿਨਾਂ ਮਨੁੱਖ ਜਾਤੀ ਦਾ ਉਧਾਰ ਨਹੀਂ ਹੋ ਸਕਦਾ। ਧਰਮ ਜੀਵਨ ਦੇ ਲਈ ਇੱਕ ਮਾਰਗ ਹੈ ਜਿਸ ਉੱਤੇ ਚੱਲ ਕੇ ਅਸੀਂ ਸਹੀ ਨਿਸ਼ਾਨੇ ਤੇ ਪੁੱਜ ਸਕਦੇ ਹਾਂ। ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਪਰਿਭਾਸ਼ਾ ਸੀ, ਉਦੋਂ ਵਿਚਾਰੀ ਸੀ, ਜਿਹਦੇ ਚੋਂ ਕਹਿੰਦੇ ਨੇ ਜੀਵਨ ਦੇ ਸਭ ਤੋਂ ਚੰਗੇ ਤਰੀਕੇ ਨੂੰ ਧਰਮ ਕਹਿੰਦੇ ਹਨ। ਇਸ ਦਾ ਮਨੋਰਥ ਕੁਝ ਪ੍ਰਾਪਤ ਕਰਨਾ ਨਹੀਂ, ਸਗੋਂ ਕੁਝ ਬਣਨਾ ਤੇ ਕੁਝ ਹੋਣਾ ਹੁੰਦਾ ਹੈ। ਇਸ ਦਾ ਆਦਰਸ਼ ਕਲਬਤ ਸਵਰਗ ਜਾਂ ਬਿਸ਼ਤ ਦੇ ਸੁੱਖਾਂ ਨੂੰ ਮੰਨਣਾ ਜਾਂ ਜ਼ਿੰਦਗੀ ਤੋਂ ਛੁਟਕਾਰਾ ਪਾਉਣਾ ਨਹੀਂ, ਸਗੋਂ ਜ਼ਿੰਦਗੀ ਨੂੰ ਇਸ ਤਰ੍ਹਾਂ ਢਾਲਣਾ ਹੈ ਕਿ ਇਹਦੇ ਵਿੱਚੋਂ ਆਪਣੇ ਪਿਆਰੇ ਪ੍ਰੀਤਮ ਵਾਹਿਗੁਰੂ ਦੇ ਦਰਸ਼ਨ ਹੋ ਸਕਣ। ਇਸ ਤੋਂ ਬੜੀ ਗੱਲ ਇੱਕ ਸਾਫ਼ ਸੁਥਰੀ ਹੋ ਜਾਂਦੀ ਹੈ ਕਿ ਧਰਮ ਉਹ ਚੀਜ਼ ਹੈ ਜਿਸ ਨੂੰ ਜੀਵਨ ਵਿੱਚ ਧਾਰਨ ਕਰਨ ਨਾਲ ਪ੍ਰੀਤਮ ਦੇ ਨਾਲ ਨੇੜਤਾ ਬਣ ਜਾਂਦੀ ਹੈ। ਆਪਣੇ ਪਿਆਰੇ ਦੇ ਨਾਲ, ਪਿਆਰੇ ਦੇ ਦੇਸ਼ ਦੀਆਂ, ਪਿਆਰੇ ਦੇ ਘਰ ਦੀਆਂ ਬਾਤਾਂ ਚੰਗੀਆਂ ਲੱਗਦੀਆਂ। ਤੋ ਧਰਮ ਇਹ ਚੀਜ਼ ਹੈ। ਵੱਖ-ਵੱਖ ਵਿਦਵਾਨਾਂ ਨੇ ਧਰਮ ਦੀਆਂ ਪਰਿਭਾਸ਼ਾ ਵੱਖ-ਵੱਖ ਦਿੱਤੀਆਂ। ਪੱਛਮੀ ਵਿਦਵਾਨਾਂ ਨੇ ਧਰਮ ਦੀਆਂ ਪਰਿਭਾਸ਼ਾ ਹੋਰ ਦਿੱਤੀਆਂ। ਉਹ ਕਹਿੰਦੇ ਨੇ ਵਹਿਮ, ਭਰਮ ਤੇ ਪਖੰਡ ਦਾ ਨਾਮ ਧਰਮ ਨਹੀਂ। ਸੱਚਾਈ ਨਾਲ ਪਿਆਰ ਕਰੋ, ਦੁਖੀਆਂ ਦੀ ਸੇਵਾ ਕਰੋ, ਨਿਰਬਲਾਂ ਤੇ ਗਰੀਬਾਂ ਦੀ ਸਹਾਇਤਾ ਕਰੋ, ਆਜ਼ਾਦੀ ਨਾਲ ਪਿਆਰ ਕਰੋ, ਹਰ ਤਰ੍ਹਾਂ ਦੀ ਗੁਲਾਮੀ ਦੇ ਵਿਰੁੱਧ ਲੜਾਈ ਕਰੋ, ਸੰਘਰਸ਼ ਕਰੋ, ਦਲੇਰੀ ਤੇ ਸਾਹਸ ਨੂੰ ਆਪਣੇ ਅੰਦਰ ਧਾਰਨ ਕਰੀਏ, ਆਪਣੇ ਅੰਦਰੋਂ ਗੁਲਾਮੀ ਦੇ ਜੰਜੀਰਾਂ ਨੂੰ ਤੋੜਨ ਦਾ ਸੰਕਲਪ ਪੈਦਾ ਕਰਨਾ, ਮਨੁੱਖ ਮਾਤਰ ਦੇ ਭਲੇ ਲਈ ਇਸ ਢੰਗ ਨਾਲ ਯਤਨ ਕਰਨਾ ਕਿ ਜਿਸ ਨਾਲ ਮਨੁੱਖ ਦੇ ਦਿਲ ਤੇ ਦਿਮਾਗ ਨੂੰ ਤਸੱਲੀ ਹੋ ਜਾਏ, ਇਹੋ ਹੀ ਸੱਚਾ ਧਰਮ ਹੈ। ਉਹਨਾਂ ਦੇ ਮੁਤਾਬਕ ਧਰਮ ਦੀ ਪਰਿਭਾਸ਼ਾ ਸਿਰੀ ਇੰਨੀ ਹੈ। ਇੱਕ ਹੋਰ ਵਿਦਵਾਨ ਨੇ ਜਦੋਂ ਧਰਮ ਦੀ ਪਰਿਭਾਸ਼ਾ ਦੀ ਗੱਲ ਕੀਤੀ ਹੈ, ਉਹ ਕਹਿੰਦਾ ਮੋਰਲ ਟਰਸਟ ਇਨ ਰਿਐਲਿਟੀ, ਹਕੀਕਤ ਉੱਤੇ ਇਖਲਾਕੀ ਭਰੋਸੇ ਦਾ ਨਾਮ ਹੀ ਧਰਮ ਹੈ। ਹਕੀਕਤ ਉੱਤੇ ਇਖਲਾਕੀ ਭਰੋਸੇ ਦਾ ਨਾਮ ਹੀ ਧਰਮ ਹੈ, ਉਹਦੀ ਪਰਿਭਾਸ਼ਾ ਹੈ। ਗੱਲ ਖਤਮ ਕਰੀਏ
ਧਰਮ ਉਹ ਪਵਿੱਤਰ ਨਿਯਮ ਹਨ ਜੋ ਸਾਡੇ ਜੀਵਨ ਨੂੰ ਬਣਾਉਂਦੇ ਹਨ, ਕਾਇਮ ਰੱਖਦੇ ਹਨ, ਉਹਦੇ ਉੱਤੇ ਸਾਡੇ ਕਿਰਦਾਰ ਦੀ ਉਸਾਰੀ ਕਰਦੇ। ਧਰਮ ਉਹਨਾਂ ਚੀਜ਼ਾਂ ਦਾ ਨਾਮ ਹੈ, ਉਹਨਾਂ ਅਸੂਲਾਂ ਦਾ ਨਾਮ ਹੈ। ਸਤਿਗੁਰੂ ਗੁਰੂ ਸਾਹਿਬਾਨ ਨੇ ਜਦੋਂ ਧਰਮ ਦੇ ਲੱਛਣ ਦੱਸੇ, ਗੁਰਬਾਣੀ ਨੇ ਗੁਰਮਤਿ ਵਿੱਚ ਜਦੋਂ ਧਰਮ ਦੀ ਗੱਲ ਕੀਤੀ, ਉਹਦੇ ਵਿੱਚ ਮਨੁੱਖ ਅਤੇ ਉਸ ਪ੍ਰਭੂ ਸ਼ਕਤੀ, ਸੁਪਰ ਹਿਊਮਨ ਪਾਵਰ ਦੇ ਆਪਸੀ ਆਤਮਿਕ ਸੰਬੰਧ ਨੂੰ ਧਰਮ ਕਹਿੰਦੇ ਹਨ। ਜੇ ਇਹ ਗੁਰਬਾਣੀ ਦੀ ਗੱਲ ਕਰੀਏ ਤਾਂ ਧਰਮ ਦੀ ਪਰਿਭਾਸ਼ਾ ਬਹੁਤ ਹੀ ਸਪਸ਼ਟ ਜੀ ਨਜ਼ਰ ਆਉਂਦੀ ਹੈ। ਇਹ ਮਨੁੱਖੀ ਜੀਵਨ ਦਾ ਉਦੇਸ਼ ਪ੍ਰਦਾਨ ਕਰਦਾ ਹੈ। ਇਹਦੇ ਵਿੱਚ ਜਾਤੀ ਜੀਵਨ ਤੇ ਉਹ ਸਿਧਾਂਤ ਤੇ ਰਹਿਣੀ ਬਹਿਣੀ ਦੇ ਉਹ ਨਿਯਮ ਸ਼ਾਮਲ ਹਨ ਜਿਨ੍ਹਾਂ ਉੱਤੇ ਚੱਲ ਕੇ ਮਨੁੱਖ ਦੇ ਮਨ ਨੂੰ ਪ੍ਰਭੂ ਨਾਲ ਇੱਕ ਸੁਰ ਹੋਣ ਦੇ ਵਿੱਚ ਸਹਾਇਤਾ ਮਿਲਦੀ ਹੈ। ਗੁਰਮਤਿ ਦਾ ਧਰਮ ਜਿਹੜਾ ਹੈ ਉਹ ਜਿੱਥੇ ਸਮਾਜ ਦੀ ਭਲਾਈ ਦੀ ਗੱਲ ਕਰਦਾ, ਸਰਬੱਤ ਦੇ ਭਲੇ ਦੀ ਗੱਲ ਕਰਦਾ, ਦੀਨ ਤੇ ਦੁਖੀਆਂ ਦੇ ਭਲੇ ਦੀ ਗੱਲ ਕਰਦਾ, ਉੱਥੇ ਇਹ ਆਤਮਿਕ ਤੌਰ ਤੇ ਪਿਆਰੇ ਦੇ ਨਾਲ ਨੇੜੇ ਹੋਣ ਦੀ ਗੱਲ ਕਰਦਾ ਜੋ ਬਾਕੀ ਧਰਮ ਨਹੀਂ ਕਰਦੇ, ਜਿਨ੍ਹਾਂ ਦੇ ਵਿੱਚ ਇਹ ਕਮੀ ਨਜ਼ਰ ਆਉਂਦੀ ਹੈ ਜਾਂ ਜਿਨ੍ਹਾਂ ਦੇ ਕੋਲ ਕੇਵਲ ਇਸੇ ਨੂੰ ਧਰਮ ਸਮਝ ਬੈਠ ਲਿਆ ਵੀ ਜਿਹੜੇ ਨੇਕੀ ਕਰ ਲਈ, ਬਸ ਜੀ ਸਾਡਾ ਮਨ ਸਾਫ਼ ਹੋ ਗਿਆ, ਜੀ ਸੱਚ ਬੋਲਦੇ ਆ। ਇਹ ਧਰਮ ਦਾ ਇੱਕ ਹਿੱਸਾ ਹੈ, ਧਰਮ ਦਾ ਸਿਖਰ ਨਹੀਂ ਹੈ। ਧਰਮ ਚੀਜ਼ਾਂ ਸਿਖਾਉਂਦਾ ਹੈ, ਧਰਮ ਦਾ ਇਹ ਅੰਤ ਨਹੀਂ ਹੈ। ਧਰਮ ਦਾ ਇੱਕ ਜੀਵਨ ਹਿੱਸਾ ਹੈ ਜੋ ਸਾਡੇ ਬਾਹਰਲੇ ਜੀਵਨ ਨੂੰ ਘੜਦਾ ਹੈ। ਧਰਮ ਦਾ ਇੱਕ ਹਿੱਸਾ ਹੈ ਜੋ ਸਾਡੇ ਅੰਦਰ ਦੇ ਜੀਵਨ ਨੂੰ ਘੜਦਾ ਹੈ। ਉਹ ਜਿਹੜਾ ਅੰਦਰਲਾ ਜੀਵਨ ਘੜਨ ਤੋਂ ਬਿਨਾਂ ਬਾਹਰਲੇ ਜੀਵਨ ਦੀ ਵੈਲਿਊ ਨਹੀਂ ਹੁੰਦੀ। ਲੋਕਾਂ ਦੀਆਂ ਨਜ਼ਰਾਂ ਵਿੱਚ ਕਬੂਲ ਹੋ ਜਾਂਦਾ, ਲੇਕਿਨ ਨਿਰੰਕਾਰ ਦੀਆਂ ਨਜ਼ਰਾਂ ਵਿੱਚ ਕਬੂਲ ਨਹੀਂ ਹੁੰਦਾ ਜਦ ਤੱਕ ਅਸੀਂ ਆਪਣੇ ਅੰਦਰ ਦੇ ਜੀਵਨ ਨੂੰ ਨਹੀਂ ਕਰਦੇ। ਤੇ ਗੁਰੂ ਸਾਹਿਬ ਜੀ ਨੇ ਸਾਰੀ ਮਨੁੱਖਤਾ ਦੇ ਜਦੋਂ ਧਰਮ ਦੀ ਗੱਲ ਕੀਤੀ, ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਇਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ ਦੀ ਗੱਲ ਜਿਹੜੀ ਕਰਕੇ ਇਹ ਸਾਰੇ ਕੀਤੀ। ਸਾਰੇ ਮਨੁੱਖਤਾ ਦਾ ਧਰਮ ਜਿਹੜਾ ਹੈ ਉਹ ਹੈ ਇੱਕੋ ਧਰਮ, ਕਿਹੜਾ ਦ੍ਰਿੜ੍ਹ ਸੱਚ ਕੋਈ, ਵੀ ਸੱਚ ਨੂੰ ਗ੍ਰਹਿਣ ਕਰ, ਗੁਰਮਤਿ ਪੂਰਾ ਜੁਗ ਜੁਗ ਸੋਈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਜਦੋਂ ਧਰਮ ਦੀ ਗੱਲ ਕੀਤੀ, ਇੱਕੋ ਧਰਮ ਹੈ। ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੱਲ ਕੀਤੀ, ਕਹਿੰਦੇ ਸਰਵ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਉਹੀ ਗੱਲਾਂ, ਵਾਹਿਗੁਰੂ ਨੂੰ ਯਾਦ ਕਰਨਾ ਤੇ ਆਪਣੀ ਕਰਨੀ ਨੂੰ ਵਧੀਆ ਬਣਾਉਣਾ। ਹੁਣ ਇਹ ਦੋਨੇ ਚੀਜ਼ਾਂ ਇਹਦੇ ਚ ਆ ਗਈਆਂ ਧਰਮ ਦੀ ਪਰਿਭਾਸ਼ਾ ਦੇ ਵਿੱਚ। ਅੰਤਰਮੁਖੀ ਘਾਟ ਤੇ ਵੀ ਘੜਨ ਦੀ ਗੱਲ ਕੀਤੀ ਤੇ ਬਾਹਰ ਦੀ ਘਾਟ ਘੜਨ ਦੀ ਵੀ ਗੱਲ ਕੀਤੀ। ਹਰ ਕੋ ਨਾਮ ਜਪ, ਇਹ ਅੰਦਰ ਨੂੰ ਘੜਨਾ, ਤੇ ਨਿਰਮਲ ਕਰਮ, ਸਾਡੀ ਕਰਨੀ ਜਿਹੜੀ ਹੈ ਉੱਤਮ ਹੋ ਜਾਏ। ਉਹ ਕਰਮ ਕਰ ਜਿਹਦੇ ਨਾਲ ਪ੍ਰੀਤਮ ਦੀ ਯਾਦ ਬਣੀ ਰਹੇ, ਉਸ ਕਰਮਾਂ ਨੂੰ ਕਰਨਾ। ਉਹ ਚੰਗਾ ਕਿਰਦਾਰ, ਚੰਗਾ ਆਚਰਨ, ਮਨੁੱਖਤਾ ਨਾਲ ਪਿਆਰ, ਸਰਬੱਤ ਦਾ ਭਲਾ, ਗਰੀਬ ਦੀ ਮਦਦ, ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਆ ਜਾਂਦੀਆਂ। ਤੋਂ ਬਾਕੀ ਜਿਹੜੀ ਪਰਿਭਾਸ਼ਾ ਜੋ ਪੱਛਮ ਦੇ ਵਿਦਵਾਨਾਂ ਨੇ ਧਰਮ ਦੀ, ਇੱਕ ਅਧੂਰੀ ਪਰਿਭਾਸ਼ਾ, ਜਿਹੜੀ ਪਰਿਭਾਸ਼ਾ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜਾਂ ਬਾਕੀ ਗੁਰੂ ਸਾਹਿਬਾਨ ਨੇ ਦਿੱਤੀ, ਉਹ ਸੰਪੂਰਨ ਪਰਿਭਾਸ਼ਾ ਹੈ ਜਿੱਥੇ ਬਾਹਰ ਤੇ ਅੰਦਰ ਦੀ ਘਾਟ ਦੀ ਗੱਲ ਜਿਹੜੀ ਹੈ ਉਹ ਕੀਤੀ ਗਈ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਘਾਟ ਨੂੰ ਘੜਨ ਲਈ ਜਪਜੀ ਸਾਹਿਬ ਦੇ ਵਿੱਚ ਸਾਨੂੰ ਗੱਲ ਸਮਝਾਈ ਸੀ, ਜਿਹਦੇ 5 ਖੰਡ ਲਿਖੇ, ਜਿਹਦੇ ਵਿੱਚ ਕਹਿੰਦੇ ਹਨ ਰਾਤੀ, ਰੁੱਤੀ, ਥਿੱਤੀ, ਵਾਰ, ਪਵਨ, ਪਾਣੀ, ਅਗਨੀ, ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਨ ਪੰਚ ਪਰਵਾਨ, ਨਦਰੀ ਕਰਮ ਪਵੇ ਨਿਸ਼ਾਨ, ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੇ ਜਾ। ਗੁਰੂ ਪਾਤਸ਼ਾਹ ਜੀ ਇੱਥੇ ਵੀ ਸਾਰੀ ਗੱਲ ਸਪਸ਼ਟ ਸਾਨੂੰ ਕਰ ਦਿੱਤੀ ਕਿ ਰਾਤਾਂ, ਥਿੱਤਾਂ, ਵਾਰਾਂ, ਪੌਣ, ਪਾਣੀ, ਅਗਨੀ, ਇਹ ਸਾਰੀਆਂ ਚੀਜ਼ਾਂ ਤੇਰੇ ਹੁਕਮ ਵਿੱਚ ਹਨ, ਕਿਸੇ ਅਣਡਿੱਠ ਦੇ ਹੁਕਮ ਵਿੱਚ ਹਨ, ਜਿਹੜਾ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ, ਜਿਹੜਾ ਇਹਨਾਂ ਅੱਖਾਂ ਦੇ ਬਾਹਰਲੇ ਅੱਖਾਂ ਦੇ ਨਾਲ ਦੇ ਨੂੰ ਦੇਖਿਆ ਨਹੀਂ ਜਾ ਸਕਦਾ। ਬੇਅੰਤ ਰਚਨਾ ਦੇ ਜੀਵ ਜਿਹੜੇ ਹਨ ਸਾਰੇ ਉਹਦੀ ਹੁਕਮ ਵਿੱਚ ਤੁਰ ਰਹੇ ਹਨ।
ਤੇ ਬੇਅੰਤ ਰਚਨਾ ਦੇ ਜੀਵਾਂ ਨੂੰ ਉਸਨੇ ਪੈਦਾ ਕਰਕੇ ਉਸ ਮਾਲਕ ਨੇ ਉਹਨਾਂ ਦੀ ਘਾੜਤ ਨੂੰ ਘੜਿਆ ਤੇ ਘੜ ਕੇ ਫਿਰ ਉਹਨੂੰ ਦੂਜੇ ਲਫ਼ਜ਼ਾਂ ਵਿੱਚ ਅਸੀਂ ਕਹਿ ਦਈਏ ਕਿ ਸੱਚਖੰਡ ਦੇ ਨੇੜੇ ਲੈ ਆਉਂਦਾ, ਭਾਵ ਉਹਦੇ ਜੀਵਨ ਦੇ ਅੰਦਰ ਨੂੰ ਵੀ ਘੜ ਦਿੱਤਾ। ਇਹ ਸਾਰਾ ਕੁਝ ਧਰਮ ਦੇ ਵਿੱਚ ਹੀ ਸਾਡੇ ਜਿਹੜਾ ਆਉਂਦਾ ਹੈ। ਇਹ ਅਸੀਂ ਵਿਚਾਰਾ ਕਰਦੇ ਕਰਦੇ ਅਸੀਂ ਪਹੁੰਚਿਆ ਫਿਰ ਧਰਮ ਦੀ ਲੋੜ ਕੀ ਹੈ। ਅਸੀਂ ਬੜਾ ਸਪਸ਼ਟ ਗੱਲਾਂ ਪਹਿਲਾਂ ਪਿੱਛੇ ਵਿਚਾਰ ਚੁੱਕੇ ਹਾਂ ਕਿ ਚੰਗੇ ਆਚਰਨ, ਮਨੁੱਖਤਾ, ਸਹਿਣਸ਼ੀਲਤਾ, ਖਿਆਲਾਂ ਦੀ ਪਵਿੱਤਰਤਾ, ਨੇਕ ਨੀਤੀ, ਦੁਸ਼ਮਣ ਦੇ ਨੇਕ ਨੀਤੀ ਦੇ ਦੁਸ਼ਮਣ ਜਿਹੜੇ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਨੂੰ ਇੱਕ ਪਾਸੇ ਮਾਰਨਾ ਤੇ ਇੱਕ ਪਾਸੇ ਅੰਦਰ ਦੇ ਜਿਹੜੀਆਂ ਉੱਠੀਆਂ ਹੋਈਆਂ ਵਾਸ਼ਨਾਵਾਂ ਨੂੰ ਰੋਕਣਾ ਤੇ ਉਹਨਾਂ ਵਾਸ਼ਨਾਵਾਂ ਨੂੰ ਰੋਕ ਕੇ ਅੰਤਰਮੁਖੀ ਧਿਆਨ ਨੂੰ ਧਾਰਨ ਕਰਨਾ, ਇਹ ਧਰਮ ਦੀ ਨਿਸ਼ਾਨੀ ਹੈ। ਇਹ ਧਰਮ ਦਾ ਇੱਕ ਮੁੱਖ ਅੰਗ ਹੈ ਜੋ ਅਸੀਂ ਵਿਚਾਰ ਪਹਿਲਾਂ ਕਰ ਚੁੱਕੇ। ਸਿੱਖ ਧਰਮ ਦੇ ਸਿਧਾਂਤ ਜਿਹੜੇ ਹਨ ਉਹਨਾਂ ਦੀ ਆਪਾਂ ਵਿਚਾਰ ਪਿਛਲੀ ਵਾਰੀ ਕੀਤੀ ਸੀ, ਉਹਦੇ ਬਾਰੇ ਜ਼ਿਆਦਾ ਵਿਚਾਰ ਅਸੀਂ ਥੋੜੀ ਜਿਹੀ ਹੋਰ ਕਰਨ ਦੀ ਕੋਸ਼ਿਸ਼ ਕਰਾਂਗੇ। ਉਸ ਵਿਚਾਰ ਨੂੰ ਕਰਨ ਤੋਂ ਪਹਿਲਾਂ ਅਸੀਂ ਇਹ ਵੀ ਇੱਕ ਵਿਚਾਰ ਕਰ ਲਈਏ ਕਿ ਧਰਮ ਦਾ ਸਬੰਧ ਜਿਹੜਾ ਹੈ ਉਹ ਫਿਰ ਇੱਕ ਵਾਰੀ ਮੈਂ ਗੱਲ ਪ੍ਰਸ਼ਨ ਸਾਹਮਣੇ ਰੱਖਦਾ ਕਿ ਮਜ਼ਹਬ ਹੈ ਕੀ ਚੀਜ਼। ਫਿਰ ਦੁਬਾਰਾ ਗੱਲ ਮੈਂ ਆਪ ਜੀ ਦੇ ਸਾਹਮਣੇ ਰੱਖ ਰਿਹਾ ਹਾਂ। ਜਿੰਨੀ ਕੁ ਵਿਚਾਰ ਆਪਾਂ ਹੁਣ ਤੱਕ ਕੀਤੀ ਹੈ ਜਾਂ ਹੁਣ ਤੱਕ ਆਪਾਂ ਪਿਛਲੇ ਲੈਕਚਰਾਂ ਵਿੱਚ ਜਾਂ ਅੱਜ ਦੀ ਵਿਚਾਰ ਵਿੱਚ ਕੀਤੀ ਹੈ, ਉਹ ਤੇ ਗੱਲ ਸਪਸ਼ਟ ਹੁੰਦੀ ਹੈ ਕਿ ਮਨੁੱਖ ਦੇ ਕਰਤਾਰ ਅਤੇ ਕਰਤਾਰ ਦੀ ਰਚਨਾ ਨਾਲ ਸੰਬੰਧ ਦਾ ਨਾਮ ਹੀ ਮਜ਼ਹਬ ਹੈ ਜਾਂ ਧਰਮ ਹੈ। ਮਨੁੱਖ ਦੇ ਕਰਤਾਰ ਨਾਲ ਜਾਂ ਕਰਤਾਰ ਦੀ ਰਚਨਾ ਨਾਲ ਸੰਬੰਧ ਦਾ ਨਾਮ ਜਿਹੜਾ ਹੈ ਉਹ ਮਜ਼ਹਬ ਜਾਂ ਧਰਮ ਹੈ। ਇਹ ਸੰਬੰਧ ਤਿੰਨ ਕਿਸਮ ਦਾ ਹੁੰਦਾ ਹੈ ਤੇ ਹਰੇਕ ਮਨੁੱਖ ਮਾਤਰ ਵਿੱਚ ਇਹਨਾਂ ਤਿੰਨਾਂ ਵਿੱਚੋਂ ਇੱਕ ਪਟੜੀ ਤੇ ਜ਼ਰੂਰ ਤੁਰਦਾ ਹੈ। ਹਰ ਮਨੁੱਖ ਇਹਦੇ ਤਿੰਨਾਂ ਵਿੱਚੋਂ ਇੱਕ ਪਟੜੀ ਤੇ ਜ਼ਰੂਰ ਤੁਰਦਾ ਹੈ। ਪਰ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਿਹਾ ਬਹੁ ਆਸਾ ਕੀ ਬਾਤ ਅਸੀਂ ਪੜ੍ਹਦੇ ਹਾਂ। ਮਨ ਸਰੀਰ ਦਾ ਸੁਲਤਾਨ ਹੈ, ਰਾਜਾ ਹੈ। ਤੇ ਸਰੀਰ ਦਾ ਰਾਜਾ ਹੋਣ ਕਰਕੇ ਇੰਦਰੀਆਂ ਪਾਸੋਂ ਉਹੀ ਕੰਮ ਕਰਾਉਂਦਾ ਹੈ ਜੋ ਉਸਦੇ ਸੰਕਲਪ ਹੁੰਦੇ ਹਨ। ਮਨ ਰਾਜਾ ਸੁਲਤਾਨ ਹੈ ਤੇ ਸਰੀਰ ਦਾ, ਤੇ ਇੰਦਰੀਆਂ ਪਾਸੋਂ ਉਹੀ ਕੰਮ ਕਰਾਉਂਦਾ ਜੋ ਮਨ ਦੇ ਸੰਕਲਪ ਪੈਦਾ ਹੁੰਦੇ, ਜੋ ਉਹਦਾ ਆਪਣਾ ਸੰਕਲਪ ਹੁੰਦਾ। ਇਸ ਕਰਕੇ ਮਨੁੱਖਾਂ ਦੇ ਕੰਮਾਂ ਨੂੰ ਵੇਖ ਕੇ ਉਹਦੇ ਮਨ ਦੀ ਦਸ਼ਾ ਨੂੰ ਪਛਾਣ ਲਈਦਾ ਹੈ ਵੀ ਇਹਦੇ ਮਨ ਦੀ ਦਸ਼ਾ ਕੀ ਹੈ। ਇਹ ਗੱਲ ਮਨੁੱਖ ਦੇ ਕੰਮ ਤੋਂ ਦੇਖ ਕੇ ਹੀ ਪਛਾਣੀ ਜਾ ਸਕਦੀ ਹੈ। ਇੱਕ ਭੁਲੇਖਾ ਬੜੇ ਚਿਰ ਤੋਂ ਤੁਰਿਆ ਆਉਂਦਾ ਹੈ ਕਿ ਗੁਰਸਿੱਖੀ ਦੇ ਸੂਰੇ ਦੇ ਅੱਜ ਪ੍ਰਕਾਸ਼ ਤੋਂ ਹੁੰਦਿਆਂ 550 ਸਾਲ ਹੋ ਗਏ, ਪਰ ਅਜੇ ਵੀ ਉਹ ਭੁਲੇਖਾ ਤੇ ਅਣਗਹਿਲੀ ਸਾਡੇ ਜੀਵਨ ਚੋਂ ਗਈ ਨਹੀਂ। ਅਜੇ ਵੀ ਉਹ ਭੁਲੇਖਾ ਪ੍ਰਚਲਿਤ ਹੈ ਕਿ ਰੱਬ ਨੂੰ ਮਿਲਣ ਲਈ ਜਾਂ ਧਰਮ ਕਮਾਉਣ ਲਈ ਮਨੁੱਖ ਨੂੰ ਗ੍ਰਸਥ ਛੱਡ ਕੇ ਤੇ ਖਾਸ ਬਾਣਾ ਧਾਰਨ ਕਰਨ ਦੀ ਲੋੜ ਹੈ, ਜਿਸ ਨਾਲ ਰੱਬ ਰੀਝ ਪਵੇ, ਰੱਬ ਖੁਸ਼ ਹੋ ਜਾਏ ਜਾਂ ਰੱਬ ਪ੍ਰਸੰਨ ਹੋ ਜਾਏ। ਇਹ ਭੁਲੇਖਾ ਅੱਜ ਵੀ ਤੁਰਿਆ ਹੁੰਦਾ। ਇਸੇ ਕਰਕੇ ਅੱਜ ਗੋਲ ਪੱਗਾਂ, ਮਾਲਾ ਦੇ ਲੰਬੇ ਚੋਲੇ, ਲੰਬੇ ਕਛਹਿਰੇ, ਇਹ ਕੀ ਚੀਜ਼ਾਂ ਨੇ? ਇਹ ਭੁਲੇਖਾ ਭਾਵ ਚੀਜ਼ਾਂ ਨੇ ਵੀ ਸ਼ਾਇਦ ਦੁਨੀਆ ਇਹਦੇ ਤੇ ਭਰਮ ਜਾਂਦੀ ਹੈ ਵੀ ਇੱਕ ਲਿਬਾਸ ਐਕਸਟਰਾ ਕਰ ਲਓ ਵੀ ਜਿਸ ਲਿਬਾਸ ਦੇ ਉੱਤੇ ਇਹ ਖਾਸ ਲਿਬਾਸ ਦੇ ਸ਼ਾਇਦ ਇਹ ਧਰਮੀ ਉਹੀ ਘਵਾ ਸਕਦਾ ਹੈ। ਸ਼ਾਇਦ ਪੈਂਟ ਪਾਉਣ ਵਾਲਾ ਧਰਮੀ ਨਹੀਂ ਹੋ ਸਕਦਾ, ਜਾਂ ਗੋਲ ਪੱਗ ਨਾ ਬੰਨਣ ਵਾਲਾ ਧਰਮੀ ਨਹੀਂ ਹੋ ਸਕਦਾ, ਜਾਂ ਜਿਨ੍ਹਾਂ ਨੇ ਸਾਡੇ ਵਰਗੀ ਦਸਤਾਰ ਸਜਾਈ ਹੈ ਉਹ ਵੀ ਧਰਮੀ ਨਹੀਂ ਹੋ ਸਕਦਾ, ਕਮੀਜ਼ ਜਿਹਨੇ ਪਾ ਲਈ ਉਹ ਵੀ ਧਰਮੀ ਨਹੀਂ ਹੋ ਸਕਦਾ। ਇੱਕ ਭੁਲੇਖਾ ਪਾ ਦਿੱਤਾ ਗਿਆ, ਇੱਕ ਬੜਾ ਵੱਡਾ ਸੰਕਟ ਜਿਹਾ ਖੜਾ ਕਰ ਦਿੱਤਾ ਕੌਮ ਦੇ ਸਾਹਮਣੇ। ਅੱਜ ਸਾਡੇ ਧਰਮ ਦੇ ਠੇਕੇਦਾਰਾਂ ਨੇ, ਜਿਨ੍ਹਾਂ ਨੇ ਆਪਣੇ ਆਪ ਨੂੰ ਧਰਮੀ ਘਵਾਉਣ ਦੀ ਖਾਤਰ, ਦੂਜਿਆਂ ਨੂੰ ਨੀਵਾਂ ਦਿਖਾਉਣ ਦੀ ਖਾਤਰ, ਆਪਣੇ ਆਪ ਨੂੰ ਉੱਚਾ ਦਿਖਾਉਣ ਦੀ ਖਾਤਰ ਕਿਸੇ ਖਾਸ ਭੀਖ, ਲਿਬਾਸ ਜਾਂ ਗ੍ਰਸਥ ਛੱਡਣ ਦਾ ਗੱਲ ਕਹਿ ਕੇ, ਗ੍ਰਸਤੀ ਨਾ ਬਣ ਕੇ ਇਹ ਦੱਸਣ ਦਾ ਯਤਨ ਕੀਤਾ ਵੀ ਧਰਮ ਇਹੋ ਚੀਜ਼ ਹੈ। ਪਰ ਫਿਰ ਬੇਨਤੀ ਕਰਾਂ, ਜਿਸ ਤਰ੍ਹਾਂ ਮਨ ਦੀ ਨੀਅਤ ਹੁੰਦੀ ਹੈ ਉਸ ਅਨੁਸਾਰ ਹੀ ਬਾਹਰ ਦੇ ਕੰਮ ਹੁੰਦੇ ਹਨ। ਇਹਦਾ ਮਤਲਬ ਨੀਅਤ ਵਿੱਚ ਖੋਟ ਹੈ, ਜਿਸ ਕਰਕੇ ਇਹ ਬਾਹਰ ਦਾ ਕੰਮ, ਬਾਹਰ ਦਾ ਲਿਬਾਸ, ਬਾਹਰ ਦਾ ਭੀਖ ਉਸੇ ਤਰ੍ਹਾਂ ਦਾ ਬਣਿਆ ਹੋਇਆ। ਇੱਕੋ ਹੀ
ਕੰਮ ਕਰਨ ਵਾਲੇ ਦੋ ਮਨੁੱਖਾਂ ਦੇ ਅੰਦਰਲੇ ਦਾ ਰੁਖ ਵੱਖਰਾ ਵੱਖਰਾ ਹੋ ਸਕਦਾ ਹੈ। ਜੇ ਅੰਦਰਲੇ ਦਾ ਰੁਖ ਵੱਖਰਾ ਵੱਖਰਾ ਹੈ ਤਾਂ ਉਹ ਇੱਕੋ ਵਪਾਰ ਕਰਨ ਵਾਲਿਆਂ ਦੀ ਕਰਤੂਤ ਵੀ ਵੱਖਰੀ ਵੱਖਰੀ ਹੋਏਗੀ, ਭਾਵ ਉਹਨਾਂ ਦੇ ਕੰਮ ਕਰਨ ਦਾ ਢੰਗ ਵੀ ਵੱਖਰਾ ਵੱਖਰਾ ਹੋਏਗਾ। ਜਿਹੜਾ ਬੰਦਾ ਮਾੜਾ ਹੈ, ਜਿਹਦੇ ਅੰਦਰ ਦੀ ਸੋਚ ਮਾੜੀ ਹੈ, ਜਿਨ੍ਹਾਂ ਦੇ ਬੰਦ ਕਰਮਾਂ ਦੀ ਬੇੜੀ ਦਾ ਮੂੰਹ ਉਨੀ ਬੰਦ ਕਰਮਾਂ ਦੀ ਬੇੜੀ ਉਨੀ ਦੇਰ ਚੰਗੇ ਪਾਸੇ ਨਹੀਂ ਮੁੜ ਸਕਦੀ ਜਿੰਨੀ ਚਿਰ ਅੰਦਰਲਾ ਮਲਾਹ ਜਿਹੜਾ ਬੇੜੀ ਦਾ ਮਲਾਹ ਮਨ ਹੈ ਜਾਂ ਮਨ ਰਾਜਾ ਸੁਲਤਾਨ ਹੈ ਉਹ ਆਪਣਾ ਰੁਖ ਨਹੀਂ ਮੋੜਦਾ। ਰੁਖ ਮੋੜਨ ਲਈ ਫਿਰ ਧਰਮ ਦਾ ਸਹਾਰਾ ਲੈਣਾ ਪੈਂਦਾ। ਧਰਮ ਹੈ ਜੋ ਮਨ ਦੇ ਉਸ ਰੁਖ ਨੂੰ ਮੋੜਦਾ ਹੈ ਜਿਹੜਾ ਇਸ ਬੇੜੀ ਦਾ ਸਰੀਰ ਰੂਪੀ ਬੇੜੀ ਦਾ ਮਲਾਹ ਹੈ ਜਾਂ ਇਹ ਮਨ ਰਾਜਾ ਸੁਲਤਾਨ ਹੈ। ਤੋ ਸਿੱਟਾ ਨਿਕਲਦਾ ਮਾੜਿਆ ਜਾਂ ਚੰਗਾ ਇਹ ਮਨ ਦੇ ਰੁਖ ਦੇ ਉੱਤੇ ਨਿਰਭਰ ਕਰਦਾ। ਇਨਸਾਨ ਦੀ ਕਰਨੀ ਕਰਤੂਤ ਕਿਹੋ ਜਿਹੀ ਹੈ ਇਹ ਉਹਦੇ ਮਨ ਦੇ ਰੁਖ ਦੇ ਉੱਤੇ ਨਿਰਭਰ ਕਰਦਾ। ਮਨ ਦਾ ਤਿੰਨਾਂ ਸੰਬੰਧਾਂ ਵਿੱਚੋਂ ਇੱਕ ਸੰਬੰਧ ਜ਼ਰੂਰ ਕਰਤਾਰ ਤੇ ਉਸ ਦੀ ਰਚਨਾ ਨਾਲ ਰਹਿਣਾ ਚਾਹੀਦਾ ਹੈ, ਜਿਹੜੇ ਆਪਾਂ ਵਿਚਾਰ ਕਰਦੇ ਆ ਰਹੇ। ਜਿਹੋ ਜਿਹਾ ਮਨ ਦਾ ਰੁਖ ਹੈ ਉਹੋ ਜਿਹਾ ਮਨੁੱਖ ਦੇ ਜੀਵਨ ਦੀ ਚਾਲ ਚੱਲਣ ਹੁੰਦੀ ਹੈ, ਉਹੋ ਜਿਹਾ ਮਨੁੱਖ ਬਣ ਜਾਂਦਾ ਹੈ। ਇਹੋ ਕਾਰਨ ਹੈ ਕਿ ਜਿਹੜੇ ਬੰਦੇ ਧਰਮ ਨਾਲੋਂ ਜਾਂ ਗ੍ਰਸਤ ਨਾਲੋਂ ਦੂਰ ਹੋ ਗਏ, ਉਹਨਾਂ ਦੀ ਖਲਕਤ ਨਾਲੋਂ, ਪਬਲਿਕ ਨਾਲੋਂ, ਲੁਕਾਈ ਨਾਲੋਂ ਵਿੱਥ ਵੀ ਵੱਧਦੀ ਗਈ, ਜਿਸ ਕਰਕੇ ਉਹਨਾਂ ਦਾ ਅੰਦਰ ਜਿਹੜਾ ਸੀ ਖੋਖਲਾ ਹੋ ਗਿਆ। ਨਾ ਉਹਨਾਂ ਦੇ ਅੰਦਰ ਪਿਆਰ ਰਿਹਾ, ਨਾ ਉਹਨਾਂ ਦੇ ਅੰਦਰ ਨਿਮਰਤਾ ਰਹੀ, ਨਾ ਉਹਨਾਂ ਦੇ ਅੰਦਰ ਮੁਹੱਬਤ ਰਹੀ, ਨਾ ਉਹਨਾਂ ਨੂੰ ਨਿਰੰਕਾਰ ਮਿਲਿਆ, ਨਾ ਸੰਸਾਰ ਵੀ ਛੱਡਿਆ, ਘਰੋਂ ਘਰ ਗਵਾਇਆ ਤੇ ਬਾਹਰੋਂ ਭੜਵਾ ਗਵਾਇਆ ਦਾ ਫਾਰਮੂਲਾ ਲਾਗੂ ਹੋ ਜਾਂਦਾ। ਇਹ ਕਾਰਨ ਹੈ ਕਿ ਸੰਸਾਰ ਨੂੰ ਤਿਆਗ ਕੇ ਵੀ ਉਹ ਕੁਝ ਨਾ ਪ੍ਰਾਪਤ ਕਰ ਸਕੇ। ਜਿਸ ਕਾਰਨ ਲਈ ਆਪ ਸੰਸਾਰ ਤਿਆਗਿਆ ਸੀ ਉਹ ਸੰਸਾਰ ਹੀ ਤਿਆਗਿਆ। ਆਮ ਸਾਡੇ ਘਰਾਂ ਇੱਥੇ ਦੁਆ ਸੀ, ਥੋੜੀ ਥੋੜੀ ਸਰਦੀ ਜਦੋਂ ਰੁੱਤ ਸ਼ੁਰੂ ਹੁੰਦੀ ਹੈ, ਜੋਗੀ ਰੰਗ ਦੇ ਕੱਪੜੇ ਪਾ ਕੇ, ਕੰਨਾਂ ਪੜਵਾ ਕੇ, ਮੁੰਦਰਾਂ ਪਾ ਕੇ ਸਵੇਰੇ ਸਵੇਰੇ ਤੜਕੇ ਗਲੀਆਂ ਚ ਗਾਉਂਦੇ ਹੋਏ ਬਰਮਤੇ ਜੇ ਆਉਂਦੇ ਨੇ ਤੇ ਉਹ ਹੀ ਬੋਲਦੇ ਹੁੰਦੇ ਨੇ, ਜੋਗੀ ਕੱਪੜੇ ਰੰਗਾਲੇ ਮਨ ਕਿਉਂ ਨਹੀਂ ਰੰਗਿਆ। ਹਾਲਾਂਕਿ ਉਹਨਾਂ ਨੇ ਆਪ ਜੋਗ ਦੇ ਕੱਪੜੇ ਪਾਏ ਹੋਏ ਨੇ, ਪਰ ਜੋਗੀ ਕੱਪੜੇ ਰੰਗਾਲੇ ਮਨ ਕਿਉਂ ਨਹੀਂ ਰੰਗਿਆ। ਵੀ ਕੱਪੜੇ ਹੀ ਰੰਗੇ ਨੇ, ਮਨ ਨਹੀਂ ਰੰਗਿਆ। ਖਲਕਤ ਨਾਲੋਂ ਵਿੱਥ ਜਿਹੜੀ ਹੈ ਉਹ ਬਣ ਗਈ। ਤੋ ਅਗਲੀ ਜਿਹੜੀ ਬਾਤ ਵਿਚਾਰ ਆਪਾਂ ਕਰਨੀ ਹੈ ਵੀ ਧਰਮ ਦੇ, ਸਿੱਖ ਧਰਮ ਦੇ ਵਿੱਚ ਇਹਦੇ ਸਿਧਾਂਤ ਕੀ ਨੇ, ਇਹਦੀ ਕੀ ਮਰਿਆਦਾ ਹੈ, ਕੀ ਪਰੰਪਰਾ ਹੈ, ਜਿਹੜੀ ਲੰਬੀ ਵਿਚਾਰ ਅਸੀਂ ਕਰ ਚੁੱਕੇ। ਜਿਹੜਾ ਧਰਮ ਗੁਰੂ ਨਾਨਕ ਦੇਵ ਮਹਾਰਾਜ ਨੇ ਤੂਰਿਆ, ਬਾਕੀ ਗੁਰੂ ਸਾਹਿਬਾਨ ਨੇ ਜਿਹਨੂੰ ਪ੍ਰਚਾਰਿਆ, ਉਹਦਾ ਨਾਮ ਸਿੱਖ ਧਰਮ ਹੈ। ਇਸ ਧਰਮ ਨੂੰ ਕੇਵਲ ਮੰਨਣ ਵਾਲਾ, ਇਸ ਧਰਮ ਨੂੰ ਤੇ ਕੇਵਲ ਇਸ ਧਰਮ ਨੂੰ ਮੰਨਣ ਵਾਲਾ ਹੀ ਸਿੱਖ ਹੈ। ਉਹਨੂੰ ਸਿੱਖ ਉਹਨੂੰ ਕਿਹਾ ਜਾਂਦਾ। ਇਸ ਤਰ੍ਹਾਂ ਵੀ ਆਪਾਂ ਗੱਲ ਕਹਿ ਸਕਦੇ ਹਾਂ ਕਿ ਜੋ ਇਸਤਰੀ ਜਾਂ ਪੁਰਸ਼ ਇੱਕ ਅਕਾਲ ਪੁਰਖ 10 ਗੁਰੂ ਸਾਹਿਬਾਨ, ਸ੍ਰੀ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ, ਸ੍ਰੀ ਗੁਰੂ ਗ੍ਰੰਥ ਸਾਹਿਬ 10 ਗੁਰੂ ਸਾਹਿਬਾਨ ਦੀ ਬਾਣੀ, ਸਿੱਖਿਆ ਅਤੇ ਦਸ਼ਮੇਸ਼ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ, ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਜੋ ਸਿੱਖ ਰਹਿਤ ਮਰਿਆਦਾ ਵਿੱਚ ਇਹਦੀ ਪਰਿਭਾਸ਼ਾ ਜਿਹੜੀ ਸਿੱਖ ਦੀ ਦਿੱਤੀ ਗਈ ਹੈ। ਤੋ ਸਿੱਖ ਧਰਮ ਦੇ ਜਿਹੜੀ ਸਿੱਖਿਆ ਉਹਦੇ 3 ਪੱਖ ਸਾਡੇ ਸਾਹਮਣੇ ਆਉਂਦੇ ਆ। ਇੱਕ ਹੈ ਪ੍ਰਮਾਤਮਾ ਬਾਰੇ, ਇੱਕ ਹੈ ਇਨਸਾਨ ਦੀ ਨਿੱਜੀ ਹਸਤੀ ਬਾਰੇ, ਤੇ ਤੀਜਾ ਸੀ ਸਮਾਜ ਬਾਰੇ ਤੇ ਸੰਸਾਰ ਬਾਰੇ। ਇਹ ਵਿਚਾਰ ਅਸੀਂ ਥੋੜੀ ਥੋੜੀ ਸੰਖੇਪ ਵਿੱਚ ਕਰਨੀ। ਪਹਿਲਾਂ ਪ੍ਰਮਾਤਮਾ ਬਾਰੇ। ਪ੍ਰਮਾਤਮਾ, ਪਹਿਲੀ ਗੱਲ ਜਿਹੜੀ ਸਿੱਖ ਧਰਮ ਦੇ ਸੀ ਕਿ ਪ੍ਰਮਾਤਮਾ ਇੱਕ ਹੈ। ਸਾਹਿਬ ਮੇਰਾ ਇੱਕੋ ਹੈ, ਇੱਕੋ ਹੋਏ ਭਾਈ ਇੱਕੋ ਹੈ, ਦੋ ਵੀ ਨਹੀਂ ਹਨ। 33 ਕਰੋੜ ਦੇਵਤਾ ਸੀ ਇਸ ਧਰਤੀ ਦੇ ਉੱਤੇ, ਅੱਜ ਵੀ ਹੈ, ਉਦੋਂ ਵੀ ਸੀ, ਰਹੇਗਾ ਵੀ। ਪਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਪ੍ਰਕਾਸ਼ ਨੇ, ਇਸ ਰੋਸ਼ਨੀ ਨੇ ਇਸ ਭੁਲੇਖੇ ਚੋਂ ਸਭ ਤੋਂ ਪਹਿਲਾਂ ਕੱਢਿਆ। ਪਰਮਾਤਮਾ ਦੀ ਹੋਂਦ ਬਾਰੇ ਸਾਨੂੰ ਸਭ ਕੁਝ ਦੱਸਿਆ। ਦੁਨੀਆ ਦੇ ਲੋਕੋ, ਪਰਮਾਤਮਾ 33 ਕਰੋੜ ਨਹੀਂ ਹੋ ਸਕਦਾ, ਉਹ ਇੱਕ ਹੀ ਹੈ, ਇੱਕ ਤੇ ਇੱਕ, one and only one God। ਇਹ 'ਚ ਦੋ ਵੀ ਨਹੀਂ ਹਨ। ਇਸੇ ਕਰਕੇ ਹਿੰਸਾ ਪਾਇਆ ਤੇ ਕੇਵਲ ਇੱਕ ਹੈ, ਇਹ ਇੱਕ ਹੀ ਨਹੀਂ ਹੈ,
ओंकार भी है, एक रस व्यापक भी है। ओम एक है तो एक रस व्यापक भी है। सब तो पहली गल निराली जिहड़ी सी ਇਹ ਸਿੱਖ ਧਰਮ ਨੇ ਸੰਸਾਰ ਦੀ ਝੋਲੀ ਵਿੱਚ ਪਾ ਦਿੱਤੀ ਵੀ ਉਹ ਸਦਾ ਤੋਂ ਕਾਇਮ ਹੈ, ਉਹ ਨਿਰੰਕਾਰ ਸਦਾ ਕਾਇਮ ਰਹੇਗਾ। ਦੁਨੀਆ ਰਵੇ ਨਾ ਰਹੇ, ਸੰਸਾਰ ਰਹੇ ਜਾਂ ਨਾ ਰਹੇ, ਉਸ ਪ੍ਰੀਤਮ, ਉਸ ਪਿਆਰੇ, ਉਸ ਨਿਰੰਕਾਰ ਦੀ ਹੋਂਦ ਨੂੰ ਕਦੀ ਕੋਈ ਖਤਮ ਨਹੀਂ ਕੀਤਾ ਜਾ ਸਕਦਾ, ਨਾ ਕੋਈ ਕਰ ਸਕਦਾ ਹੈ, ਨਾ ਕਰ ਸਕੇ। ਸਗੋਂ ਉਹ ਸਾਰਿਆਂ ਦਾ ਸਿਰਜਣਹਾਰ ਹੈ। ਇਨਸਾਨ ਦਾ ਸਿਰਜਣਹਾਰ ਵੀ ਉਹ ਹੈ, ਬਾਕੀਆਂ ਦਾ ਸਿਰਜਣਹਾਰ ਵੀ ਉਹ ਹੈ। ਇੱਥੇ ਉਹ ਸਿਰਜਣਹਾਰ ਹੋ ਕੇ ਨਿਰਭਉ ਤੇ ਨਿਰਵੈਰ ਵੀ ਹੈ। ਇਹ ਨਹੀਂ ਵੀ ਉਹਦੇ ਮਨ 'ਚ ਕਿਸੇ ਪ੍ਰਤੀ ਵੈਰ ਹੈ, ਨਹੀਂ। ਉਹ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋੜਾ, ਉਹ ਸੰਭਲ ਥੱਕੀ ਜੀ ਕਦੇ ਨਾ ਬੋਲੇ ਕੋੜਾ। ਉਹ ਕੋੜਾ ਬੋਲਣਾ ਚਾਹੁੰਦੇ, ਉਹ ਤਾਂ ਜਾਣਦਾ ਹੀ ਨਹੀਂ। ਉਹ ਤਾਂ ਪਿਆਰ ਦੀ ਉਹਦੀ ਬੋਲੀ ਹੈ, ਉਹਦੀ ਭਾਖਿਆ ਭਾਵ, ਭਾਖਿਆ ਜਿਹੜੀ ਉਹਦੀ ਬੋਲੀ ਹੈ ਉਹ ਪਿਆਰ ਦੀ, ਭਾਵ ਦੀ। ਤਾਂ ਇਹ ਸਿੱਖ ਧਰਮ ਇਹ ਗੱਲ ਦੱਸਦਾ ਹੈ ਕਿ ਉਹ ਪ੍ਰਮਾਤਮਾ ਕਿਸੇ ਵੀ ਬੰਧਨਾਂ ਵਿੱਚ ਨਹੀਂ ਆਉਂਦਾ ਔਰ ਬੰਧਨਾਂ ਤੋਂ ਮੁਕਤ ਹੈ, ਬੰਧਨਾਂ ਤੋਂ ਰਹਿਤ। ਇਨਸਾਨ ਦੇ ਪ੍ਰਮਾਤਮਾ ਦੀ ਹਸਤੀ ਬਾਰੇ ਜਦੋਂ ਸਿੱਖ ਧਰਮ ਬਿਆਨ ਕਰਦਾ ਤੇ ਇਹ ਗੱਲ ਕਹਿੰਦਾ ਉਹ ਪ੍ਰਮਾਤਮਾ ਜਨਮ ਮਰਨ ਵਿੱਚ ਹੀ ਨਹੀਂ ਆਉਂਦਾ। ਉਹ ਜ਼ਬਾਨ ਸੜ ਜਾ ਜਿਹੜੀ ਪ੍ਰਮਾਤਮਾ ਨੂੰ ਕਹਿੰਦੀ ਹੈ ਜਨਮ ਲੈਂਦਾ ਹੈ। ਦੂਜੇ ਮਤਾਂ ਵਿੱਚ ਪ੍ਰਮਾਤਮਾ ਜੰਮਦਾ ਹੈ ਔਰ ਕਹਿੰਦੇ ਨੇ ਭਗਵਾਨ ਜੀ ਨੇ ਜਨਮ ਲੈ ਲਿਆ। ਭਗਵਾਨ ਜੀ ਜਨਮ ਨਹੀਂ ਲੈਂਦੇ। ਭਗਵਾਨ ਨਾ ਜੰਮਦਾ ਹੈ, ਨਾ ਮਰਦਾ ਹੈ, ਨਾ ਸੌਂਦਾ ਹੈ, ਨਾ ਜਾਗਦਾ ਹੈ, ਨਾ ਖਾਂਦਾ ਹੈ। ਉਹ ਕਿਉਂਕਿ ਸਰੀਰਕ ਰੂਪ ਨਹੀਂ ਹੈ, ਉਹਦਾ ਜੋਤ ਸਰੂਪ ਹੈ। ਜੋ ਸਰੂਪ ਨੂੰ ਨਾ ਭੁੱਖ ਲੱਗਦੀ, ਨਾ ਤ੍ਰੇਹ ਲੱਗਦੀ, ਨਾ ਪਿਆਸ ਲੱਗਦੀ ਹੈ, ਨਾ ਖਾਣਾ, ਨਾ ਗਰਮੀ, ਨਾ ਸਰਦੀ। ਉਹਦਾ ਸਰੂਪ ਜਿਹੜਾ ਹੈ ਉਹ ਜੋਤ ਸਰੂਪ ਹੈ, ਨਾ ਕਿ ਸਰੀਰ ਸਰੂਪ ਹੈ। ਜੋ ਸਰੂਪ ਹੋ ਕੇ ਸਾਰਿਆਂ ਵਿੱਚ ਵਿਚਰਿਆ ਹੈ। ਨਾ ਉਹ ਜੰਮਦਾ ਹੈ, ਨਾ ਮਰਦਾ ਹੈ। ਜੂਨਾ ਚ ਇਸ ਕਰਕੇ ਉਹ ਪੈਂਦਾ ਹੀ ਨਹੀਂ। ਜਿਹੜਾ ਜੂਨਾ ਇਸ ਤੋਂ ਪਵੇਗਾ ਜੋ ਜੰਮਦਾ ਮਰਦਾ ਹੈ। ਇਸ ਕਰਕੇ ਅਜੂਨੀ ਉਹਨੂੰ ਮੂਲ ਮੰਤਰ ਵਿੱਚ ਉਹਨੂੰ ਅਜੂਨੀ ਦਾ ਨਾਮ ਜਿਹੜਾ ਸੀ ਉਹ ਦਿੱਤਾ ਗਿਆ ਹੈ। ਫਿਰ ਪ੍ਰਮਾਤਮਾ ਦੀ ਹਸਤੀ ਬਾਰੇ ਜਦੋਂ ਗੱਲ ਕਰਦੇ ਵੀ ਉਹ ਆਪਣੇ ਆਪ ਵਿੱਚ ਆਪ ਹੀ ਹੈ, ਉਹਨੂੰ ਕਿਸੇ ਨੇ ਨਹੀਂ ਬਣਾਇਆ। ਆਪ ਹੀ ਨੇ ਆਪ ਸਾਜਿਓ ਹੈ, ਉਹਨੂੰ ਆਪਣੀ ਸਿਰਜਣਾ ਆਪ ਕੀਤੀ ਹੈ। ਉਹਨੇ ਕੁਦਰਤ ਬਣਾਈ ਹੈ। ਪਹਿਲਾਂ ਉਹਨੇ ਆਪਣੇ ਆਪ ਨੂੰ ਸਿਰਜਿਆ, ਫਿਰ ਆਪਣਾ ਨਾਮ ਰੱਖਿਆ, ਫਿਰ ਕੁਦਰਤ ਬਣਾ ਦਿੱਤੀ। ਇਹ ਅਸੀਂ ਕੁਦਰਤ ਦਾ ਹਿੱਸਾ ਹਾਂ। ਕਾਦਰ ਕਰ ਸਾਡਾ ਰਚਨਹਾਰ ਹੈ, ਕਾਦਰ ਸਾਡਾ ਬਣਾਉਣ ਵਾਲਾ ਹੈ, ਕਾਦਰ ਸਾਨੂੰ ਕਰਨ ਵਾਲਾ ਹੈ, ਕਾਰਨ ਕਰਤਾ ਹੈ। ਉਹ ਰਹੀਮ ਹੈ, ਕਰੀਮ ਹੈ, ਉਹ ਅਕਾਲੇ ਹੈ, ਕਿਰਪਾਲੇ ਹੈ, ਰੂਪੇ ਹੈ, ਅਨੂਪੇ ਹੈ। ਉਹਦੀਆਂ ਕਿੰਨੀਆਂ ਪਰਿਭਾਸ਼ਾ ਦੇ ਰਹੀ ਹੈ। ਇੰਨੀ ਗੱਲ ਹੀ ਕਹਿਣੀ ਪਈ ਕਲਗੀਧਰ ਪਾਤਸ਼ਾਹ ਨੂੰ, ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਨ ਸਮਤ। ਤੇਰੇ ਕੌਣ ਕੰਮ ਕਹਿ ਸਕਦਾ ਹੈ, ਤੇਰੇ ਨਾਮ ਕੌਣ ਲੈ ਸਕਦਾ ਹੈ। ਮੈਂ ਤਾਂ ਤੇਰੇ ਕੰਮਾਂ ਵੱਲ ਦੇਖ ਕੇ ਕੁਝ ਕੁ ਨਾਮ ਲੈਣ ਦਾ ਇੱਕ ਯਤਨ, ਨਿਮਾਣਾ ਜਿਹਾ ਯਤਨ ਕੀਤਾ ਹੈ। ਛੋਟਾ ਜਿਹਾ ਯਤਨ ਹੈ ਮੇਰਾ। ਇਹ ਕੁਝ ਕੰਮ ਹਨ ਤੇਰੇ, ਇਹ ਮੈਂ ਸੰਪੂਰਨ ਕੰਮਾਂ ਦਾ ਜ਼ਿਕਰ ਇਹਨਾਂ ਵਿੱਚ ਨਹੀਂ ਕੀਤਾ, ਨਾ ਹੋ ਸਕਦਾ ਹੈ, ਨਾ ਹੀ ਤੇਰੇ ਕੰਮਾਂ ਨੂੰ ਬਿਆਨ ਕੀਤਾ ਜਾ ਸਕਦਾ। ਉਹ ਆਪਣੇ ਆਪ ਵਿੱਚ ਇੱਕ ਸੰਪੂਰਨ ਹਸਤੀ ਹੈ, ਆਪਣੇ ਆਪ ਵਿੱਚ ਕਾਇਮ ਰਹਿਣ ਵਾਲੀ ਹਸਤੀ ਹੈ। ਤੇ ਜਦੋਂ ਗੁਰੂ ਦੀ ਕਿਰਪਾ ਹੋ ਜਾਏ, ਬਖਸ਼ਿਸ਼ ਹੋ ਜਾਏ, ਤਾਂ ਫਿਰ ਉਹਦੇ ਨਾਲ ਸਾਡਾ ਮੇਲ ਹੋ ਜਾਂਦਾ, ਮਿਲਾਪ ਹੋ ਜਾਂਦਾ। ਇਸ ਲਈ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਜ਼ਰੂਰੀ ਹੈ। ਫਿਰ ਪ੍ਰਮਾਤਮਾ ਆਪਣੀ ਰਚਨਾ ਦੇ ਵਿੱਚ ਵਿਆਪਕ ਵੀ ਹੈ। ਇਹ ਨਹੀਂ ਹੈ ਵੀ ਉਹਨੇ ਬਣਾ ਦਿੱਤੀ, ਨਹੀਂ ਇੱਥੇ ਹੈ ਨਹੀਂ। ਉਹ ਆਪਣੀ ਰਚਨਾ ਵਿੱਚ ਉਸ ਤੋਂ ਉਤਾਂਹ ਵੀ ਹੈ, ਉਹ ਅਲੇਪ ਵੀ ਹੈ, ਅਲੋਪ ਵੀ ਹੈ ਤੇ ਵਿੱਚ ਵੀ ਹੈ। ਇਸ ਤਰ੍ਹਾਂ ਉਹ ਪਮਦ ਜੋ ਬਾਸ ਮਸਤ ਹੈ, ਮੁਕਰ ਮਾਏ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਕਾਹੇ ਰੇ ਬਨ ਖੋਜਣ ਜਾਈ, ਸਰਵ ਨਿਵਾਸੀ ਸਦਾ ਅਲੇਪਾ, ਤੂੰ ਹੀ ਸੰਗ ਸਮਾਈ। ਉਹ ਪਮਦ ਜੋ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਬਾਹਰ ਭੀਤਰ ਏਕੋ ਜਾਣੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭ੍ਰਮ ਕੀ ਕਾਈ। ਗੱਲ ਤਾਂ ਆਪਣੇ ਆਪ ਦੀ ਪਛਾਣ ਦੀ ਸੀ, ਗੱਲ ਤਾਂ ਭਟਕਣਾ ਮਿਟਾਉਣ ਦੀ ਸੀ। ਜਦ ਅੰਦਰ ਦੀ ਭਟਕਣਾ ਨਹੀਂ ਮਿਟਦੀ, ਉਹਦੇ ਸਰੂਪ ਨੂੰ ਪਛਾਣਿਆ ਵੀ ਨਹੀਂ ਜਾ ਸਕਦਾ। ਅੰਦਰ ਦੀ ਭਟਕਣਾ ਮਿਟੇਗੀ ਤਾਂ ਉਹਦੇ ਸਰੂਪ ਨੂੰ ਪਛਾਣਿਆ ਜਾਏਗਾ।
तो वो परमात्मा एक ऐसी चीज है, फिर वो बख्शनहार भी है। साडे कदी कीते हुए गुनाहां नूं दी पोटली बन के नहीं रखता। साडे वांगू नहीं है किसी ने कदी एक गलती कर दी तो असीं सारी जिंदगी उहनूं बुलाना ही नहीं। नहीं, वो बख्शनहार है। वो पाप का जे साडे कोलों कोई ऐसा कर्म हो भी जावे ਤੇ ਉਹਦਾ ਜੇ ਸੱਚਮੁੱਚ ਦਿਲ ਤੋਂ ਅੰਦਰੇ ਮਨ ਤੋਂ ਪਛਤਾਵਾ ਕਰ ਲਈਏ ਤੇ ਅੱਗੇ ਤੋਂ ਬਚਣ ਲਈ ਗੁਰੂ ਉਹਦੇ ਅੱਗੇ ਪ੍ਰਣ ਕਰ ਦਈਏ ਤਾਂ ਉਹ ਸਾਡੇ ਔਗਣਾਂ ਨੂੰ ਬਖਸ਼ ਦਿੰਦਾ ਹੈ। ਬੜੀ ਔਖੀ ਘਾਟੀ ਹੈ। ਅਸੀਂ ਤਾਂ ਗੁਰੂ ਤੋਂ ਵੀ ਗੱਲ ਛੁਪਾ ਲੈਂਦੇ ਹਾਂ। ਅਰਦਾਸ ਕਰਨ ਲੱਗਿਆਂ ਆਪਣੇ ਗੁਨਾਹਾਂ ਨੂੰ ਦੱਸਣਾ ਹੀ ਨਹੀਂ ਚਾਹੁੰਦੇ, ਉੱਥੇ ਛੁਪਾ ਜਾਈਦੀ ਹੈ ਵੀ ਇਹ ਕਿਹੜਾ ਸਾਹਮਣੇ ਬੈਠਿਆ ਦੇਖਿਆ ਸੀ ਗੁਰੂ ਨੇ। ਲੇਕਿਨ ਜੇ ਸੱਚ ਕਰਕੇ ਅੰਦਰੋਂ ਕਰਕੇ ਭਿੱਜ ਕੇ ਆਪਣੇ ਕੀਤੇ ਹੋਏ ਗੁਨਾਹਾਂ ਤੇ ਗਲਤੀਆਂ ਦੀ ਮਾਫੀ ਨੂੰ ਮੰਗ ਲਈਏ ਤੇ ਅੱਗੇ ਤੋਂ ਸਹੀ ਜ਼ਿੰਦਗੀ ਜਿਉਣ ਦੀ ਗੱਲ ਕਰੀਏ ਤੇ ਮੇਰਾ ਪ੍ਰੇਰਿਤਮ ਸਾਨੂੰ ਬਖਸ਼ ਕੇ ਠੀਕ ਰਾਹ ਤੇ ਵੀ ਪਾ ਦਿੰਦਾ ਹੈ, ਉਹ ਰਸਤਾ ਵੀ ਦੱਸ ਦਿੰਦਾ ਹੈ। ਸੱਚੇ ਦਿਲੋਂ ਕੀਤੀ ਹੋਈ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਾ ਹੈ ਤੇ ਆਪਣੇ ਧਰਮੀ ਬੰਦਿਆਂ ਦੀ ਇੱਜ਼ਤ ਤੇ ਪੈਜ ਵੀ ਉਹ ਪ੍ਰਮਾਤਮਾ ਰੱਖਦਾ ਹੈ। ਪ੍ਰਮਾਤਮਾ ਦੀ ਹਸਤੀ ਬਾਰੇ ਸਿੱਖ ਧਰਮ ਨੇ ਇਸ ਤਰ੍ਹਾਂ ਦੇ ਵਿਚਾਰ ਸਾਡੇ ਨਾਲ ਦਿੱਤੇ ਹਨ ਵੀ ਉਹ ਵੱਖਰਾ ਨਹੀਂ ਹੈ, ਸੰਸਾਰ ਵਿੱਚ ਰਹਿੰਦਾ ਹੋਇਆ ਨਿਰਲੇਪ ਹੈ, ਨਿਪਾ ਹੈ, ਪਰ ਸੰਸਾਰ ਵਿੱਚ ਹੈ। ਨਿਰੰਕਾਰ ਸੰਸਾਰ ਦਾ ਸੰਬੰਧ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਗੁਰਬਾਣੀ ਵਿੱਚ ਬਾਰ-ਬਾਰ ਦੱਸ ਦਿੱਤਾ। ਅਗਲੀ ਗੱਲ ਅਸੀਂ ਕਰਾਂਗੇ ਵੀ ਸਿੱਖ ਧਰਮ ਨੇ ਇਨਸਾਨ ਦੀ ਨਿੱਜੀ ਹਸਤੀ ਬਾਰੇ ਕੀ ਵਿਚਾਰ ਦਿੱਤੇ। ਸਭ ਇਨਸਾਨ ਸਿੱਖ ਧਰਮ ਇਹ ਗੱਲ ਕਹਿੰਦਾ ਹੈ ਇੱਕੋ ਪਿਤਾ ਦੇ ਪ੍ਰਮਾਤਮਾ ਦੇ ਹੋਏ ਬੱਚੇ ਹਨ, ਵਾਹਿਗੁਰੂ ਦੀ ਔਲਾਦ ਹੈ। ਇੱਕ ਪਿਤਾ ਏਕ ਇਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਇੱਕ ਪਿਤਾ ਏਕ ਇਸਕੇ ਹਮ ਬਾਰਕ, ਉਹ ਸਾਡਾ ਪਿਤਾ ਸਭਨਾ ਦਾ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ। ਆਪਾਂ ਪੜ੍ਹਦੇ ਹਾਂ ਸਾਂਝਾ ਬਾਪ ਹੈ, ਸਾਂਝੀ ਮਾਂ ਹੈ, ਸਾਡਾ ਭਰਾ ਹੈ, ਸਾਂਝਾ ਰਿਸ਼ਤਾ ਸਾਡਾ ਉਹਦੇ ਨਾਲ ਹੈ। ਸਭ ਇਨਸਾਨ ਇੱਕੋ ਪਰਮਾਤਮਾ ਦੇ ਜਾਏ ਹੋਏ ਹਨ, ਬਾਲਕ ਹਨ, ਉਹਦੇ ਬੱਚੇ ਹਨ ਤੇ ਹਰ ਇਨਸਾਨ ਵਿੱਚ ਰੱਬੀ ਜੋਤ ਹੈ। ਇਨਸਾਨ ਦੀ ਹਸਤੀ ਬਾਰੇ ਜਦੋਂ ਗੱਲ ਕਰੀਏ ਤਾਂ ਸਿੱਖ ਧਰਮ ਇਹ ਗੱਲ ਦੱਸਦਾ ਵੀ ਹਰ ਇਨਸਾਨ ਵਿੱਚ ਰੱਬੀ ਜੋਤ ਹੈ। ਇਨਸਾਨ ਆਤਮਾ ਜੋਤ ਸਰੂਪ ਹੈ। ਹਰੇਕ ਇਨਸਾਨ ਦੇ ਅੰਦਰ ਪ੍ਰਮਾਤਮਾ ਦਾ ਵਾਸਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮੂਲ ਪਛਾਣਨ ਦੀ ਗੱਲ ਕੀਤੀ, ਜੋਤ ਸਰੂਪ ਦੀ ਗੱਲ ਕੀਤੀ ਹੈ। ਜੋਤ ਸਰੂਪ ਹੈ, ਪ੍ਰਮਾਤਮਾ ਨਾਲ ਵਸਦਾ, ਪਰ ਨਾਲ ਵਾਲੇ ਵੀ ਗੱਲ ਸਮਝਾ ਦਿੱਤੀ ਨੇੜੇ ਹੋਣ ਦੇ ਬਾਵਜੂਦ ਵੀ ਇਨਸਾਨ ਦੇ ਅੰਦਰ ਇੱਕ ਪਰਦਾ ਹੈ ਜਿਹਨੂੰ ਹਉਮੈ ਦਾ ਨਾਮ ਦਿੱਤਾ ਗਿਆ। ਉਸ ਪਰਦੇ ਕਰਕੇ ਸਾਨੂੰ ਨਾਲ ਵਸਦਾ ਹੋਇਆ ਵੀ ਦੀਵਾਰ ਨਹੀਂ ਦਿੱਤਾ, ਦੇਖਿਆ ਨਹੀਂ ਜਾ ਸਕਦਾ, ਕਿਉਂਕਿ ਉਹ ਅੱਖਾਂ ਹੋਰ ਨੇ ਜਿਨ੍ਹਾਂ ਦਾ ਦੇਖਣਾ ਹੈ। ਨਾਨਕ ਸੇਖੜੀਆਂ ਬਿਆਨ ਜਿਨੀ ਸੁਣਦੋ ਮਾਂ ਪੀ। ਉਹ ਅੱਖਾਂ ਹੋਰ ਨੇ, ਉਹ ਅੱਖਾਂ ਬਾਹਰ ਮੁਖੀ ਨਹੀਂ ਹਨ, ਉਹ ਅੱਖਾਂ ਅੰਤਰਮੁਖੀ ਹਨ। ਉਹਨਾਂ ਨੇ ਅੰਦਰੋਂ ਦੇਖਣਾ ਹੈ। ਇੱਕ ਸਾਡੇ ਅੰਦਰ ਪਰਦਾ ਜਾਂ ਦੀਵਾਰ, ਸਾਡੇ ਅੰਦਰ ਕੰਧ ਬਣੀ, ਜਿਸ ਕਰਕੇ ਆਪਣੇ ਅੰਦਰ ਵਸ ਰਹੇ ਪ੍ਰਮਾਤਮਾ ਨੂੰ ਇਨਸਾਨ ਪਛਾਣ ਨਹੀਂ ਸਕਦਾ, ਜਾਣ ਨਹੀਂ ਸਕਦਾ। ਇਹ ਵੀ ਗੱਲ ਇਨਸਾਨ ਦੀ ਹਸਤੀ ਬਾਰੇ ਦੱਸੀ ਹੈ ਵੀ ਇਹ ਮਨੁੱਖਾ ਜਨਮ ਬੜਾ ਹੀ ਕੀਮਤੀ ਹੈ ਔਰ ਬੜੀ ਮਿਹਨਤ ਨਾਲ ਮਿਲਿਆ, ਬੜੀ ਗੁਰੂ ਨੇ ਬਖਸ਼ਿਸ਼ ਕਰਕੇ ਤੈਨੂੰ ਜੀਵਨ ਦਿੱਤਾ। ਤੇ ਮਿਲਿਆ ਕਿਹਦੇ ਲਈ ਹੈ? ਗੋਬਿੰਦ ਮਿਲ ਕੀ ਤੇਰੀ ਬਰੀਆ, ਇਹ ਵੀ ਨਾਲ ਦੱਸਿਆ। ਜੀਵਨ ਮਿਲਿਆ ਹੈ ਭਜੋ ਗੋਬਿੰਦ, ਗੋਬਿੰਦ ਭੂਲ ਮਤ ਜਾਓ, ਇਸ ਕਰਕੇ ਜੀਵਨ ਮਿਲਿਆ ਹੈ। ਜੀਵਨ ਦਾ ਨਿਸ਼ਾਨਾ ਖਾਣਾ ਪੀਣਾ ਹੱਸਣਾ ਸੌਣਾ ਨਹੀਂ ਹੈ। ਜੀਵਨ ਦਾ ਨਿਸ਼ਾਨਾ ਕੇਵਲ ਉਹ ਕੰਮ ਕਰਨਾ ਨਹੀਂ, ਉਹ ਹਿੱਸਾ ਹੈ, ਨਿਸ਼ਾਨਾ ਨਹੀਂ ਹੈ। ਅਸਲ ਨਿਸ਼ਾਨਾ ਜੋਤ ਨੂੰ ਪਰਮ ਜੋਤ ਦੇ ਨੇੜੇ ਲੈ ਕੇ ਜਾਣਾ, ਜਿਹੜੀ ਜੋਤ ਸਾਡੇ ਵਿੱਚ ਮੂਲ ਕਿਉਂ ਹੋਇਆ?
ਸਾਡਾ ਮੂਲ ਉਹ ਜੋ ਪਰਮ ਜੋਤ ਹੈ। ਆਪਣੀ ਜੋਤ ਨੂੰ ਪਰਮ ਜੋਤ ਵਿੱਚ ਤੱਕ ਲੈ ਕੇ ਜਾਣਾ ਜੀਵਨ ਦਾ ਅਸਲੀ ਨਿਸ਼ਾਨਾ ਹੈ। ਇਨਸਾਨ ਦੀ ਨਿੱਜੀ ਹਸਤੀ ਬਾਰੇ ਜਦੋਂ ਧਰਮ ਸਾਡਾ ਸਿੱਖ ਧਰਮ ਗੱਲ ਕਰਦਾ ਹੈ, ਇਹੋ ਗੱਲ ਸਮਝਾਉਂਦਾ ਕਿ ਇਨਸਾਨ ਨੂੰ ਜੀਵਨ ਬੜੀ ਬੰਦਗੀ ਭਗਤੀ ਦੀ ਕਮਾਈ ਨਾਲ ਮਿਲਿਆ, ਇਹਨੂੰ ਠੀਕ ਤਰ੍ਹਾਂ ਵਰਤੀ ਜਾਈਏ ਤੇ ਇਹ ਉਹਦੇ ਨਾਲ ਮਿਲਾਪ ਹੋ ਜਾਂਦਾ। ਅਗਰ ਇੱਕ ਸਰੀਰ ਜਾਂ ਇਹਨੂੰ ਅਸੀਂ ਇਹ ਕਹਿ ਲਈਏ ਵੀ ਇੱਕ ਐਸ਼ ਦਾ ਸਾਧਨ ਹੈ, ਤਾਂ ਫਿਰ ਇਹ ਸੀ ਨਿਰੰਕਾਰ ਨਾਲੋਂ ਵਿਛੋੜਾ ਵੱਧ ਜਾਂਦਾ ਹੈ। ਸਾਡੀ ਸੋਚ ਅੰਦਰਲੇ ਦੇ ਉੱਤੇ ਡਿਪੈਂਡ ਕਰਦਾ ਹੈ। ਇਹ ਸਰੀਰ ਕੋਈ ਭਾਰ ਜਾਂ ਸ਼ਰਾਬ ਨਹੀਂ ਹੈ ਵੀ ਸਰੀਰ ਕਿਉਂ ਮਿਲਿਆ। ਇਹਨੂੰ ਭੁੱਖਾ ਰੱਖ ਕੇ, ਨਿਮਾਣਾ ਕਰਕੇ, ਨਤਾਣਾ ਕਰਕੇ, ਇੱਕ ਲੱਤ ਦੇ ਭਾਰ ਖੜੇ ਹੋ ਕੇ, ਚਲੀਹੇ ਕੱਟ ਕੇ, ਸੁੱਖਾਂ ਸੁੱਖ ਕੇ, ਸੁਖਣਾ ਸੁੱਖ ਕੇ, ਇਹ ਕੋਈ ਸਰੀਰ ਇਸ ਕੰਮ ਲਈ ਨਹੀਂ ਮਿਲਿਆ। ਇਹ ਕੋਈ ਭਾਰ ਜਾਂ ਸ਼ਰਾਬ ਨਹੀਂ ਹੈ, ਇਸ ਵਰ ਜਾਂ ਸ਼ਰਾਬ ਦੀ ਕਹਾਣੀ ਨਹੀਂ ਹੈ। ਅਸੀਂ ਭੁਲੇਖਾ ਬਹੁਤ ਖਾ ਰਹੇ ਹਾਂ। ਅਸੀਂ ਵਰਤ ਰੱਖ ਕੇ ਥੱਕ ਗਏ, ਅਸੀਂ ਚਲੀਹੇ ਕੱਟ ਕੇ ਫਰਸ਼ ਘਸਾ ਦਿੱਤੇ, ਅਸੀਂ ਆਪਣੇ ਆਪ ਨੂੰ ਬੜੇ ਗੁਰਸਿੱਖ ਸਮਝਦੇ ਹਾਂ, ਨੇੜੇ ਸੋ ਕੇ ਸਮਝਦੇ ਹਾਂ ਕਿ ਸਾਡਾ ਕਾਰਜ ਠੀਕ ਹੈ। ਲੇਕਿਨ ਜੋ ਗੁਰੂ ਨਾਨਕ ਪਾਤਸ਼ਾਹ ਜਾਂ ਬਾਕੀ ਗੁਰੂ ਸਾਹਿਬਾਨ ਨੇ ਮਤ ਦਿੱਤਾ, ਉਹਦੇ ਮੁਤਾਬਕ ਇਹ ਚੀਜ਼ਾਂ ਨਿਰੰਕਾਰ ਤੋਂ ਦੂਰੀ ਬਣਾਉਂਦੀਆਂ ਹਨ, ਨਿਰੰਕਾਰ ਦੇ ਨੇੜੇ ਨਹੀਂ ਲਿਜਾ ਸਕਦੀ। ਜਿਹੜੀ ਵਰ ਜਾਂ ਸ਼ਰਾਬ ਜਾਂ ਚਲੀਹੇ ਕੱਟਣੇ ਜਾਂ ਹੋਰ ਇਹੋ ਜਿਹਾ ਕੰਮ ਜਿਹੜਾ ਹੈ ਉਹ ਸਾਡੇ ਅੰਦਰ ਆ ਗਿਆ। ਇਹਨੂੰ ਐਵੇਂ ਕਹਿੰਦੇ ਘਰ ਬਾਰ ਛੱਡ ਕੇ ਭੁੱਖਾ ਛੱਡ ਦਿਓ, 40 ਦਿਨ ਬਾਹਰ ਨਹੀਂ ਨਿਕਲਣਾ, 40 ਦਿਨ ਖਾਣਾ ਕੁਛ ਨਹੀਂ। ਇਹ ਸਭ ਕੁਛ ਇੱਕ ਸਰੀਰ ਨਾਲ ਅਨਿਆਂ ਦੀ ਗੱਲ ਹੈ। ਬੇਨਤੀ ਇਹ ਹੈ ਕਿ ਜਿਹੜਾ ਜੀਵਨ ਕੀਮਤੀ ਸਾਨੂੰ ਬੜੇ ਦੇਰ ਬਾਅਦ ਪ੍ਰਾਪਤ ਹੋਇਆ, ਕਈ ਕੁਝ ਭੁਗਤ ਕੇ ਪ੍ਰਾਪਤ ਹੋਇਆ, ਪਰਮਾਤਮਾ ਨਾਲ ਮਿਲਾਪ ਕਰਨ ਲਈ ਮਿਲਿਆ ਹੈ। ਜੇ ਨਹੀਂ ਹੋਇਆ ਤਾਂ ਇਹ ਜੀਵਨ ਮਿਲੇ ਹੋਇਆ ਵੀ ਅਜਾਈ ਚਲਾ ਜਾਏਗਾ, ਇਹਦੀ ਵੀ ਕੋਈ ਕੀਮਤ ਨਹੀਂ ਹੈ। ਇਹਨੂੰ ਭੰਗ ਦੇ ਪਹਾੜੇ ਨਹੀਂ ਗਾਉਣ ਜਿਹੜਾ ਸਰੀਰ ਦੇ ਜਿਹੜੀ ਮਿਲਿਆ ਸਾਨੂੰ। ਜੇ ਭੰਗ ਦੇ ਪਹਾੜੇ ਚਲਾ ਗਿਆ ਫਿਰ ਇਹ ਉਹੀ ਚੱਕਰ ਦੇ ਵਿੱਚ ਫਸ ਜਾਏਗਾ। ਇਹ ਸਮਝ ਲਈਏ ਪਿਆਰਿਓ, ਇਹ ਸਰੀਰ ਹਰੀ ਦਾ ਮੰਦਰ ਹੈ, ਹਰੀ ਦਾ ਘਰ ਹੈ। ਇਹਦੇ 'ਚ ਹਰੀ ਦਾ ਆਪਣਾ ਟਿਕਾਣਾ ਹੈ, ਹਰੀ ਦਾ ਵਾਸਾ ਹੈ। ਇਹ ਸੱਚੇ ਦੀ ਜੋਤ ਹੈ, ਸੱਚੇ ਦਾ ਵਾਸਾ ਇਹਦੇ ਵਿੱਚ ਹੈ। ਇਹ ਗੱਲ ਅਸੀਂ ਸਮਝ ਲਈਏ। ਉਸ ਹਰੀ ਨੂੰ ਲੱਭਣਾ, ਉਸ ਪਰਮਾਤਮਾ ਨੂੰ ਲੱਭਣਾ ਤੇ ਪ੍ਰਗਟ ਕਰਨਾ ਇਨਸਾਨ ਦੇ ਜੀਵਨ ਦਾ ਮਨੋਰਥ ਹੈ। ਜੀਵਨ ਦਾ ਨਿਸ਼ਾਨਾ ਹੀ ਇਹ ਹੈ ਕਿ ਹਰੀ ਸਾਨੂੰ ਮਿਲ ਜਾਏ, ਉਹਦਾ ਮਿਲਾਪ ਕਰਨਾ ਹੈ, ਨਾਲ ਹੀ ਹੈ। ਜਿਸ ਰੱਬ ਨਾਲੋਂ ਅਸੀਂ ਵਿਛੜ ਕੇ ਇਸ ਸੰਸਾਰ ਵਿੱਚ ਆਏ ਹਾਂ, ਇਹ ਅਗਲੀ ਗੱਲ ਵੀ ਸਮਝ ਲੈਣੀ ਚਾਹੀਦੀ ਹੈ ਕਿ ਜੇ ਇੱਥੇ ਵਿਛੜੇ ਹੀ ਰਹਿ ਜਾਵਾਂਗੇ ਫਿਰ ਆਵਾਗਮਨ ਦਾ ਚੱਕਰ ਚੱਲਦਾ ਰਹੇਗਾ, ਜੂਨਾਂ ਵਿੱਚ ਸਰੀਰ ਪੈਂਦਾ ਰਹੇਗਾ। ਪਰ ਜੇ ਜੋਤ ਪਰਮ ਜੋਤ ਨਾਲ ਅਭੇਦ ਹੋ ਜਾਵੇ ਤਾਂ ਫਿਰ ਉਹਦੇ ਵਿੱਚ ਲੀਨ ਹੋ ਜਾਂਦੀ ਹੈ, ਉਹ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਹੈ। ਇਹ ਗੱਲ ਵੀ ਸਾਨੂੰ ਸਮਝਾ ਦੇਣੀ ਚਾਹੀਦੀ ਹੈ। ਇਸ ਵਾਸਤੇ ਦੂਜੇ ਪਾਸੇ ਇੱਕ ਇਹਦਾ ਪੱਖ ਹੋਰ ਵੀ ਹੈ ਵੀ ਸਰੀਰ ਨੂੰ ਸਭ ਕੁਝ ਸਮਝ ਲੈਣਾ, ਉਹ ਸਾਰਾ ਕੰਮ ਸਰੀਰ ਦੀ ਪਾਲਣਾ ਪੋਸਣਾ ਤੇ ਸਾਰਾ ਕੁਝ ਭਲਕੇ ਉੱਠ ਪੋਲੀਏ ਬਿਨ ਬੁੱਝੇ ਮੁਕਤ ਆਜ਼ਾਦ। ਪੋਲੀਏ ਦਾ ਕੀ ਅਰਥ ਕੀ ਹੈ? ਇਹੋ ਹੀ ਪੁੱਛਾ ਪਾਚੀ ਕਰਨੀ, ਜੀਵਨ ਦਾ ਮਨੋਰਥ ਛੱਡ ਕੇ ਸਾਰੀ ਜ਼ਿੰਦਗੀ ਸਾਰਾ ਟਾਈਮ ਆਪਣਾ ਬਿਊਟੀ ਪਾਰਲਰ ਤੇ ਜਾ ਕੇ ਬੈਠੇ ਰਹਿਣਾ, ਆਪਣੇ ਹਾਰ ਸ਼ਿੰਗਾਰ ਕਰੀ ਜਾਣੇ, ਸਰੀਰ ਦੀ ਬਣਾਵਟ ਨੂੰ ਬਦਲੀ ਜਾਣਾ, ਸ਼ਕਲਾਂ ਨੂੰ ਬਦਲੀ ਜਾਣਾ, ਆਪਣੀ ਜੋ ਨਿਰੰਕਾਰ ਦੀ ਦਿੱਤੀ ਹੋਈ ਸੂਰਤ ਨੂੰ ਬਦਲਣਾ ਯਤਨ ਕਰਨਾ। ਉਹਨੇ ਜੋ ਕੁਝ ਸਾਨੂੰ ਘੜਿਆ ਬੜਾ ਖੂਬਸੂਰਤ ਘੜਿਆ, ਅਸੀਂ ਉਸ ਖੂਬਸੂਰਤੀ ਵਿੱਚੋਂ ਆਪਣੀ ਖੂਬਸੂਰਤੀ ਲੈ ਕੇ ਆ ਗਏ। ਪਰ ਇੱਥੇ ਇਹ ਗੱਲ ਗੁਰੂ ਸਾਹਿਬ ਕਹਿੰਦੇ ਕਿ ਸਾਰੀ ਜ਼ਿੰਦਗੀ ਤੂੰ ਸਾਰਾ ਸਮਾਂ ਚ ਸਰੀਰ ਦੀ ਪਾਲਣਾ ਪੋਸਣਾ ਪੋਸਲ ਭਲਕੇ ਉੱਠ ਪੋਲੀਏ ਤੇ ਨਾ ਲਾ, ਕਿਉਂਕਿ ਨਾਸ਼ਵਾਨ ਹੈ, ਇਹ ਖਤਮ ਹੋ ਜਾਏਗਾ। ਇਹ ਸਰੀਰ ਜਜਰੀ ਹੈ, ਇਹਨੂੰ ਜਰ ਨੇ ਆ ਕੇ ਪਹੁੰਚਣਾ ਹੈ, ਆ ਕੇ ਮਿਲਣਾ ਹੈ। ਇਸ ਵਾਸਤੇ ਸਰੀਰ ਨੂੰ
ਇਹ ਸਮਝ ਲੈਣਾ ਕਿ ਬਸ ਇਹ ਮੈਨੂੰ ਚੰਗਾ ਕੀਮਤੀ ਬਸ ਕੱਪੜੇ ਪੋਸ਼ਾਕਾਂ ਲੋਕਾਂ ਨੂੰ ਦਿਖਾਈ ਜਾਈਏ, ਪਾਈ ਜਾਈਏ, ਇੱਕ ਵਾਰੀ ਜਿਹੜਾ ਸੂਟ ਗੁਰਦੁਆਰੇ ਪਾ ਕੇ ਆ ਕੇ ਦੁਬਾਰਾ ਪਾਉਣਾ ਹੀ ਨਹੀਂ, ਜਾਂ ਇਹੋ ਜਿਹੀ ਫੜ ਮਾਰੀ ਜਾਈਏ, ਇਹ ਫਿਰ ਸਾਡਾ ਜੀਵ ਸੰਸਾਰ ਤੇ ਆਇਆ ਹੋਇਆ ਪਰਿਵਾਰ ਨਹੀਂ ਹੁੰਦਾ। ਕਿਉਂਕਿ ਸਰੀਰ ਸਾਰਾ ਸਮਾਂ ਸਰੀਰ ਨੂੰ ਸਿਰਫ ਜਿਉਂ ਅਸੀਂ ਇਹ ਕਹਿ ਲਈਏ ਅਸੀਂ ਖਾਣ ਲਈ ਨਹੀਂ ਜਿਉਣਾ, ਜੀਂਦੇ ਰਹਿਣ ਲਈ ਖਾਣਾ ਹੈ, ਜਾਂ ਇਸ ਤਰ੍ਹਾਂ ਲਫ਼ਜ਼ ਵਰਤ ਲਈਏ, ਅਸੀਂ ਪਹਿਨਣ ਲਈ ਨਹੀਂ ਜੀਣਾ, ਅਸੀਂ ਉਹ ਪੱਤ ਦਾ ਕੱਪੜਾ ਆਪਣੇ ਉੱਤੇ ਪਹਿਨਣ ਲਈ ਪ੍ਰੀਤਮ ਦੇ ਦੇਸ਼ ਦੀਆਂ ਬਾਤਾਂ ਕਰਨੀਆਂ, ਪੱਤ ਦਾ ਕੱਪੜਾ ਪਹਿਨਣਾ। ਪਰ ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਬਾਣੀ ਵਿੱਚ, ਬਾਬਾ ਬੋਲੀਏ ਪਤ ਹੋਏ, ਬਾਬਾ ਬੋਲੀਏ ਪਤ ਹੋਏ, ਉੱਤਮ ਸੇ ਦਰ ਉੱਤਮ ਕਹੀਏ, ਨੀਚ ਕਰਮ ਬੈਰ। ਗੁਰੂ ਪਾਤਸ਼ਾਹ ਕਹਿੰਦੇ ਫਿਰ ਉੱਥੇ ਸਾਰੇ ਗੱਲ ਕੀਤੀ ਜੇ ਸਰੀਰ ਕਰਦਾ, ਰਸ ਸੋਇਨਾ ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਕੀਤੇ ਰਸ ਸਰੀਰ ਕੇ ਕਹਿ ਨਾਮ ਨਿਵਾਸ। ਫਿਰ ਇਹ ਗੱਲ ਵੀ ਦੱਸੀ ਗਈ ਹੈ। ਤੋ ਇਸ ਵਾਸਤੇ ਇਸ ਸਰੀਰ ਦਾ ਕੰਮ ਕੇਵਲ ਪਪੋਲਣ ਤੱਕ ਨਹੀਂ ਹੈ। ਪ੍ਰਾਣੀ ਤੋਂ ਆਇਆ ਲਾਹਾ ਲੈਣ, ਲੱਗਾ ਕਿਤ ਪਕੜੇ ਸਭ ਮੁਕਦੀ ਚੱਲੀ ਰਹਿਣ। ਸ਼ਬਦ ਸ਼ੁਰੂ ਹੁੰਦਾ ਭਲਕੇ ਉੱਠ ਬੋਲੀਏ ਬਿਨ ਬੁੱਝੇ ਮੁਗਦੂ ਜਾਨ। ਉਹ ਜੀਵਨ ਦੇ ਮਨੋਰਥ ਨੂੰ ਸਮਝਣ ਤੋਂ ਬਿਨਾਂ ਮੂਰਖ ਤੇ ਅਣਜਾਣ ਹੈ, ਜਿਹੜਾ ਸਰੀਰ ਦੀ ਪੋਚਾ ਪਾਚੀ ਵਿੱਚ ਹੀ ਸਾਰੀ ਜ਼ਿੰਦਗੀ ਨੂੰ ਲਾ ਦਿੰਦਾ ਹੈ ਔਰ ਧਰਮ ਨਹੀਂ ਕਮਾਉਂਦਾ ਔਰ ਧਰਮ ਦੀ ਗੱਲ ਨਹੀਂ ਕਰਦਾ। ਉਹ ਉੱਥੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਵੀ ਇਸ ਸਰੀਰ ਨੂੰ ਸਾਰੀ ਜ਼ਿੰਦਗੀ ਪਾਲਣਾ ਪੋਸਣਾ ਜੀ ਨਹੀਂ ਲਾਉਣਾ, ਸਗੋਂ ਇਸ ਨੂੰ ਨੇਕੀ ਦੇ ਕੰਮਾਂ ਲਈ ਵਰਤ, ਚੰਗੇ ਕੰਮਾਂ ਲਈ ਵਰਤ, ਇਸ ਨੂੰ ਮੰਦੇ ਕੰਮਾਂ ਵਿੱਚ ਲੱਗਣ ਤੋਂ ਰੋਕ। ਤੇ ਜੇ ਇਹ ਨਹੀਂ ਰੁਕਦਾ ਤਾਂ ਫਿਰ ਵੱਡੇ ਦਰਜੇ ਦੀ ਮੂਰਖਤਾ ਤੇ ਗੁਨਾਹਗਾਰ ਹਾਂ ਅਸੀਂ, ਜੇ ਅਸੀਂ ਇਸ ਸਰੀਰ ਨੂੰ ਕੇਵਲ ਇਹੋ ਕੁਝ ਸਮਝ ਕੇ ਉਹਦੀ ਪਾਲਣਾ ਪੋਸਣਾ 'ਚ ਲੱਗੇ, ਫਿਰ ਅਸੀਂ ਗੁਨਾਹਗਾਰ ਹਾਂ, ਦੇਣਦਾਰ ਉਸ ਕਰਤਾਰ ਦੇ, ਉਸ ਦਾਤਾਰ ਦੇ। ਤੋ ਤੀਜੀ ਗੱਲ ਜਿਹੜੀ ਅਸੀਂ ਕੀਤੀ ਸੀ ਸਮਾਜ ਤੇ ਸੰਸਾਰ ਬਾਰੇ, ਸਾਨੂੰ ਸਿੱਖ ਧਰਮ ਨੇ ਕੀ ਗੱਲ ਦੱਸੀ ਹੈ, ਉਹ ਬੜੀ ਵਿਚਾਰ ਅਸੀਂ ਪਿਛਲੇ ਹਫ਼ਤੇ ਕਰ ਚੁੱਕੇ ਆ। ਪਰ ਸਤਿਗੁਰੂ ਜੀ ਕਹਿੰਦੇ ਇਹ ਵਿਸ ਸੰਸਾਰ ਜੋ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਰੂਪ ਨਦਰੀ ਆਇਆ। ਅਨੰਦ ਸਾਹਿਬ ਦੀ ਬਾਣੀ ਗੱਲ ਕਹਿੰਦੀ ਹੈ ਵੀ ਸੰਸਾਰ ਜੋ ਦਿਸਦਾ ਨਜ਼ਰ ਆਉਂਦਾ ਜਾਂ ਸਾਨੂੰ ਅਸੀਂ ਦੇਖ ਰਹੇ ਹਾਂ, ਇਹ ਹਰੀ ਦਾ ਮੰਦਰ, ਹਰੀ ਦਾ ਰੂਪ ਹੈ, ਇਸ ਵਿੱਚ ਹਰੀ ਪ੍ਰਮਾਤਮਾ ਦਾ ਵਾਸਾ ਹੈ। ਜੇ ਸਾਨੂੰ ਉਹਦੇ ਘਰ ਦਾ ਗਿਆਨ ਪ੍ਰਾਪਤ ਹੋ ਜਾਏ, ਉਸ ਮਾਲਕ ਹਰ ਥਾਂ, ਫਿਰ ਇਉਂ ਸਾਨੂੰ ਪਤਾ ਲੱਗ ਜਾਂਦਾ ਜਿਵੇਂ ਕੋਈ ਸ਼ੈ ਇਹਨਾਂ ਅੱਖਾਂ ਨਾਲ ਅਸੀਂ ਵੇਖ ਲੈਂਦੇ ਹਾਂ ਤੇ ਫਿਰ ਉਹਨੂੰ ਅਸੀਂ ਵੇਖ ਕੇ ਖੁਸ਼ ਹੁੰਦੇ ਹਾਂ। ਸੱਚਮੁੱਚ ਜੇ ਸਾਨੂੰ ਵਾਹਿਗੁਰੂ ਦੇ ਦਰ ਦਾ ਗਿਆਨ ਪ੍ਰਾਪਤ ਹੋ ਜਾਏ ਤੇ ਉਹ ਸ਼ੈ ਵੀ ਸਾਨੂੰ ਅੱਖਾਂ ਦੇ ਅੰਦਰਲੀਆਂ ਅੱਖਾਂ ਨਾਲ ਵੇਖਣ ਨੂੰ ਮਿਲ ਜਾਂਦੀ ਹੈ, ਜਿਸ ਦਾ ਜੀਵਨ ਮਨੋਰਥ ਮਿਲਾਪ ਕਿਹਾ ਜਾਂਦਾ, ਉਹਦਾ ਨਾਮ ਮਿਲਾਪ। ਤੋ ਸਿੱਖ ਧਰਮ ਨੇ ਜਿਹੜੀ ਗੱਲ ਕੀਤੀ ਉਹ ਬੜੀ ਕਮਾਲ ਦੀ ਹੈ। ਉਹਨਾਂ ਨੇ ਦੱਸਿਆ ਵੀ ਸੰਸਾਰ ਵਾਲੀ ਹਸਤੀ ਦੀ ਗੱਲ ਕੀਤੀ, ਭਲੇ ਉਹ ਸੰਸਾਰ ਸਦਾ ਕਾਇਮ ਰਹਿਣ ਵਾਲੀ ਹਸਤੀ ਨਹੀਂ ਹੈ, ਸੰਸਾਰ ਨਾਸ਼ਵਾਨ ਹੈ। ਇਹ ਗੱਲ ਕੌਣ ਦੱਸਦਾ? ਸਿੱਖ ਧਰਮ, ਸਿੱਖ ਮਜ਼ਹਬ ਦੱਸਦਾ ਹੈ ਵੀ ਇਹ ਨਾਸ਼ਵਾਨ ਹੈ। ਜੇ ਨਹੀਂ ਭਰੋਸਾ ਤਾਂ ਕਿੱਥੇ ਤੈਂਡੇ ਮਾਪਿਓ ਜਿਨੀ ਤੂੰ ਜੜੇ ਹੋਏ, ਬਾਬਾ ਫਰੀਦ ਨੂੰ ਪੁੱਛ ਕੇ ਦੇਖ ਲਓ। ਉਹ ਸਵਾਲ ਸਾਡੇ ਘਰ ਸਾਹਮਣੇ ਰੱਖਦੇ ਨੇ, ਕਿੱਥੇ ਹੈ ਜਿਹਨਾਂ ਨੂੰ ਕੱਲ ਵੇਖਦਾ ਸੈਂ, ਅੱਜ ਕਿੱਥੇ ਚਲੇ ਗਏ, ਆਈ ਨਜ਼ਰ ਨਹੀਂ ਆਉਂਦੇ। ਤੋ ਇਹ ਸੰਸਾਰ ਸਦਾ ਰਹਿਣ ਵਾਲੀ ਚੀਜ਼ ਨਹੀਂ ਹੈ, ਇਹ ਬਦਲਦਾ ਤੇ ਨਾਸ਼ ਹੁੰਦਾ ਰਹਿੰਦਾ, ਬਦਲਦਾ ਵੀ ਹੈ, ਨਾਸ਼ ਹੁੰਦਾ ਰਹਿੰਦਾ ਹੈ। ਇਹਦੇ ਉਲਟ ਜੋ ਮਨੁੱਖੀ ਆਤਮਾ, ਜੋ ਪਰਮਾਤਮਾ ਦੀ ਅੰਸ਼ ਹੈ, ਉਹ ਸਦਾ ਕਾਇਮ ਰਹਿਣ ਵਾਲੀ ਹਸਤੀ ਹੈ, ਉਹ ਸਦਾ ਕਾਇਮ ਰਹਿਣ ਵਾਲੀ ਹਸਤੀ ਹੈ। ਉਹ ਨਾ ਬਿਰਧ ਹੈ, ਨਾ ਜਵਾਨ ਹੈ, ਨਾ ਦੁੱਖ ਹੈ, ਨਾ ਸੁੱਖ ਹੈ, ਨਾ ਹਰਖ ਹੈ, ਨਾ ਸੋਗ ਹੈ। ਉਹ ਇੱਕ ਸਦਾ ਹੀ ਕਾਇਮ ਰਹਿਣ ਵਾਲੀ ਹਸਤੀ ਹੈ। ਇਸ ਦਾ ਆਦਰਸ਼ ਕੀ ਹੈ? ਉਹ ਹੈ ਆਪਣੇ ਮੂਲ ਜਾਂ ਮੁੱਢ ਪਰਮਾਤਮਾ ਦਾ ਮੇਲ ਪ੍ਰਾਪਤ। ਬਸ ਮੂਲ ਸਾਡਾ ਜੇ ਮੂਲ ਹੈ ਪਰਮਾਤਮਾ, ਤੇ ਪਰਮਾਤਮਾ ਦੇ ਨਾਲ ਅਸੀਂ
ਆਪਣਾ ਪਿਆਰ ਬਣਾਉਣਾ ਤੇ ਉਹਦੇ ਨਾਲ ਮੇਲ ਪ੍ਰਾਪਤ ਕਰਨਾ। ਇਸ ਕਰਕੇ ਉਹ ਟੀਚਾ ਭੁੱਲ ਕੇ ਸੰਸਾਰ ਦੇ ਪਦਾਰਥਾਂ ਦੇ ਮੋਹ ਵਿੱਚ ਫਸ ਜਾਣਾ ਮਨੁੱਖੀ ਜੀਵਨ ਨੂੰ ਵਿਅਰਥ ਗਵਾਉਣਾ ਹੈ। क्योंकि ये जग सच्चे की है कोठरी, सच्चे का विच वास, इस ਵਿੱਚ ਸੱਚੇ ਦਾ ਵਾਸ ਹੈ। ਪਰ ਇਸ ਕੋਠੜੀ ਨੂੰ ਕੋਠੜੀ ਵਾਲਾ ਸਮਝ ਬੈਣਾ ਇਹ ਬਹੁਤ ਵੱਡੀ ਭੁੱਲ ਹੈ। ਕੋਠੜੀ ਨੂੰ ਕੋਠੜੀ ਵਾਲਾ ਸਮਝ ਲੈਣਾ ਭੁੱਲ ਹੈ। ਇਹ ਜਗ ਸੱਚੇ ਦੀ ਕੋਠੜੀ ਹੈ। ਇਸ ਕੋਠੜੀ ਨੂੰ ਅਸੀਂ ਕੋਠੜੀ ਦਾ ਮਾਲਕ ਬਣ ਜਾਈਏ, ਆਪਣੀ ਹੈ ਨਹੀਂ ਕਿ ਸੱਚੇ ਦੀ ਕੋਠੜੀ ਹੈ। ਸਰੀਰ ਰੂਪੀ ਕੋਠੜੀ ਸਾਡੀ ਤਾਂ ਹੈ ਹੀ ਨਹੀਂ ਸੀ ਤੇ ਅਸੀਂ ਉਸ ਸੱਚੇ ਦੇ ਮਾਲਕ ਬਣ ਜਾਈਏ, ਆਪਣੇ ਆਪ ਨੂੰ ਇਸ ਕੋਠੜੀ ਦੇ ਮਾਲਕ ਸਮਝ ਬੈਠੀਏ, ਇਹ ਤਾਂ ਫਿਰ ਵੱਡੀ ਭੁੱਲ ਹੈ। ਕਿਉਂ? ਇਸ ਵਿੱਚੋਂ ਤਾਂ ਅਸੀਂ ਮਾਲਕ ਨਹੀਂ ਬਣਨਾ, ਇਸ ਕੋਠੜੀ ਵਿੱਚੋਂ ਸੱਚੇ ਦਾ ਵਾਸ ਹੈ ਤੇ ਸੱਚੇ ਨੂੰ ਲੱਭਣਾ ਹੈ। ਇਸ ਨਾਲ ਇੱਕਮਿਕ ਹੋਣਾ ਸਾਡੇ ਜੀਵਨ ਦਾ ਆਦਰਸ਼ ਹੈ, ਨਿਸ਼ਾਨਾ ਹੈ। ਅਸੀਂ ਮਾਲਕ ਨਹੀਂ ਹੈ ਸਰੀਰ ਦੇ, ਪਰ ਸਰੀਰ ਵਿੱਚ ਵਸਿਆ ਹੋਇਆ ਸੱਚੇ ਦਾ ਵਾਸ ਜਿਹੜਾ ਹੈ ਉਹਦਾ ਮਾਲਕ ਹੈ। ਉਸ ਦੇ ਨਾਲ ਮਿਲਾਪ ਕਰਨਾ ਹੀ ਸਾਡੇ ਜੀਵਨ ਦਾ ਆਦਰਸ਼ ਹੈ। ਇਹ ਟੱਬਰ, ਇਹ ਸਮਾਜ ਵਿੱਚ ਇਨਸਾਨ ਜੰਮਦਾ ਹੈ, ਉਸ ਨਾਲ ਸੰਬੰਧ ਵੀ ਉਹਦੇ ਜਨਮਾਂ ਤੋਂ ਪਹਿਲੇ ਅਸੀਂ ਕਹਿੰਦੇ ਪੂਰਬਲੇ ਜਨਮਾਂ ਦੇ ਕਰਮਾਂ ਕਰਕੇ ਸੰਬੰਧ ਬਣਦੇ ਹਨ। ਉਹਦੇ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ, ਕੋਈ ਉਹਦੇ ਬਾਰੇ ਗਿਆਨ ਨਹੀਂ ਹੈ। ਅਸੀਂ ਨਾ ਦੱਸ ਸਕਦੇ ਹਾਂ, ਨਾ ਹੀ ਸਾਨੂੰ ਉਹਦੇ ਬਾਰੇ ਕੋਈ ਜਾਣਕਾਰੀ ਹੈ। ਪਰ ਗੁਰਬਾਣੀ ਅਨੁਸਾਰ ਇਨਸਾਨ ਦੇ ਕੀਤੇ ਹੋਏ ਕਰਮਾਂ ਮੁਤਾਬਕ ਹੀ ਇਸ ਜਿਹੜਾ ਹੈ ਮਨੁੱਖ ਦਾ ਜਨਮ ਹੁੰਦਾ ਹੈ ਤੇ ਉਹਦਾ ਆਪਸੀ ਰਿਲੇਸ਼ਨ ਜਿਹੜੀ ਹੈ ਇਹ ਬਣਦੇ ਹਨ, ਸੰਬੰਧ ਜੁੜਦੇ ਹਨ। ਇਹ ਮਨੁੱਖੀ ਜੀਵਨ ਦਾ ਇੱਕ ਜ਼ਰੂਰੀ ਹਿੱਸਾ ਹੈ। ਇਹ ਤੋਂ ਭੱਜ ਜਾਣਾ ਜਾਂ ਇਹਨੂੰ ਛੱਡ ਜਾਣਾ ਇਹ ਜੀਵਨ ਦਾ ਨਿਸ਼ਾਨਾ ਨਹੀਂ ਹੈ। ਪਰ ਜੀਵ ਕਮਜ਼ੋਰ ਹੈ, ਰਹਿ ਪੈ ਜਾਂਦਾ ਹੈ ਇਸ ਸੰਸਾਰ ਦੇ ਗੁਰਖ ਦੇ ਵਿੱਚ, ਕਿਉਂਕਿ ਸੰਸਾਰ ਦਾ ਗੁਰਖ ਧੰਦਾ ਤਾਂ ਭੂਲ ਭੁਲਈਆ ਵਾਲੀ ਖੇਡ ਹੈ, ਭੁਲੇਖੇ ਪਾਉਣ ਵਾਲੀ ਖੇਡ ਹੈ। ਇਹ ਤੇ ਪਜ਼ਲ ਜੋ ਹੈਗੀਆਂ ਸੰਸਾਰ ਦਾ ਜਿਹੜਾ ਇਨਸਾਨ ਆਪਣੇ ਜੀਵ ਇਸ ਖੇਡ ਵਿੱਚ, ਜਾਂ ਇਹ ਕਹਿ ਲਈਏ ਕਿ ਭੁੱਲ ਭੁਲਈਆ ਦੇ ਵਿੱਚ ਭੁੱਲ ਕੇ ਆਪਣੇ ਜੀਵਨ ਦੇ ਨਿਸ਼ਾਨੇ ਨੂੰ ਭੁੱਲ ਜਾਂਦਾ, ਮੰਜ਼ਿਲ ਨੂੰ ਭੁੱਲ ਜਾਂਦਾ ਤੇ ਰਾਹ ਵਿੱਚ ਹੀ ਇਸ ਖੇਡ ਕੇ ਇਹਨਾਂ ਖੇਡਾਂ ਨੂੰ ਖੇਡ ਕੇ ਹੋਰ ਪਾਸੇ ਨੂੰ ਵਹਿ ਤੁਰਦਾ। ਖੇਡਦਾ ਖੇਡਾਂ ਹੀ ਹੈ, ਪਰ ਉਹ ਰਸਤੇ ਦੀਆਂ ਰੁਕਾਵਟਾਂ ਬਣ ਕੇ ਹੋਰ ਪਾਸੇ ਨੂੰ ਤੁਰ ਪੈਂਦਾ। ਇਸ ਕਰਕੇ ਇਨਸਾਨ ਨੂੰ ਇਸ ਦੇ ਰਾਹ ਦਾ ਜਿਹੜਾ ਜਾਣਦਾ ਹੈ ਉਹਦੀ ਲੋੜ ਹੈ। ਉਹ ਕੌਣ ਹੈ? ਉਹ ਹੈ ਗੁਰੂ, ਜੋ ਸਾਡੀ ਉਂਗਲ ਨੂੰ ਫੜ ਕੇ ਸਾਨੂੰ ਸਿੱਧੇ ਰਾਹ ਦੇ ਉੱਤੇ ਤੋਰ ਦੇਵੇ, ਭੁੱਲ ਭੁਲੇਖਿਆਂ ਵਿੱਚੋਂ ਕੱਢ ਦੇਵੇ। ਉਹ ਹੈ ਸਮਰੱਥ ਸਤਿਗੁਰੂ ਸਾਡਾ, ਹੋਰ ਤੋਂ ਬਿਨਾਂ ਸਾਨੂੰ ਕੱਢਦਾ। ਉਹ ਸਤਿਗੁਰੂ ਕੌਣ ਹੈ? ਸ਼ਬਦ, ਉਹ ਹੈ ਗਿਆਨ, ਉਹ ਹੈ ਸ਼ਬਦ, ਉਹ ਗਿਆਨ। ਗੁਰੂ ਨੇ ਸਾਡੀ ਝੋਲੀ ਵਿੱਚ ਉਹ ਸ਼ਬਦ ਤੇ ਉਹ ਗਿਆਨ ਪਾਇਆ, ਜਿੱਥੋਂ ਸਾਨੂੰ ਇਹ ਗੱਲ ਪਤਾ ਲੱਗ ਜਾਏਗੀ ਕਿ ਉਹ ਸ਼ਬਦ ਤੇ ਗਿਆਨ ਸਾਡਾ ਉਂਗਲ ਫੜ ਕੇ ਸਾਨੂੰ ਪ੍ਰੀਤਮ ਦੇ ਦੇਸ਼ ਵਿੱਚ ਲੈ ਕੇ ਜਾ ਸਕਦਾ। ਇਸ ਕਰਕੇ ਸਿੱਖ ਸਤਿਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ। ਜਿਹੜਾ ਤੁਰਦਾ ਹੈ ਉਹ ਫਿਰ ਹਰ ਵੇਲੇ ਕਦਮ ਵੀ ਫੂਕ ਕੇ ਰੱਖਦਾ ਹੈ, ਕਿਤੇ ਮੇਰੇ ਕੋਲ ਗਲਤੀ ਨਾ ਹੋ ਜਾਏ। ਪੁੱਛ ਕੇ ਗੁਰੂ ਨੂੰ ਪੁੱਛ ਕੇ ਕਦਮ ਰੱਖਦਾ ਹੈ। ਸਤਿਗੁਰੂ ਜੀ, ਇਹ ਮੇਰਾ ਕਦਮ ਇਸ ਪਾਸੇ ਵੱਲ ਕਿਤੇ ਮੈਨੂੰ ਤੁਹਾਡੇ ਤੋਂ ਵਿਮੁਖਤਾ ਨਹੀਂ ਕਰ ਦੇਵੇਗਾ? ਇਹ ਮੇਰੇ ਪਿਤਾ ਜੀਓ, ਮੇਰੇ ਇਹ ਕੀਤੇ ਹੋਏ ਇਹੋ ਜਿਹੇ ਕਰਮ ਮੇਰੀ ਤੇਰੇ ਤੋਂ ਦੂਰੀ ਤਾਂ ਨਹੀਂ ਬਣਾ ਦੇਣਗੇ? ਹਰ ਕੰਮ ਫਿਰ ਪੁੱਛ ਕੇ ਕਰਦਾ। ਉਹਦੀ ਪੁੱਛ ਕੇ ਕਰਨਾ, ਉਹਦੇ ਭੈ ਵਿੱਚ ਕਰਨਾ, ਕਿਉਂਕਿ ਹੁਕਮ ਰਜਾਈ ਚੱਲਣ ਦੀ ਜਾਂਚ ਆ, ਹੁਕਮੀ ਬੰਦਾ ਬਣਨ ਦੀ ਜਾਂਚ ਆ। ਇਸ ਕਰਕੇ ਮਨੁੱਖ ਫਿਰ ਹੋ ਤੁਰਦਾ ਕੀ ਹੈ? ਤੇ ਜਦੋਂ ਇਸ ਤਰ੍ਹਾਂ ਤੁਰਦਾ ਕਦਮ ਕੇ ਉੱਥੇ ਗਲਤੀ ਦਾ ਚਾਂਸ ਘਟ ਜਾਂਦਾ। ਜਿੱਥੇ ਗੁਰੂ ਨੂੰ ਪੁੱਛ ਕੇ ਤੁਰਨਾ ਹੈ ਤੇ ਉਹ ਤਾਂ ਨਹੀਂ ਤੁਰੇ, ਤਾਂ ਉਹ ਹੈਗਾ ਸਤਿਗੁਰ ਪੂਛਣਾ ਮਾਰਗ ਚਾਲੀ, ਸੁੱਤਿਆ ਰਹਿਣ ਬਿਹਾਣੀ। ਉਹਨਾਂ ਦੀ ਗੱਲ ਵੀ ਕੀਤੀ। ਪਰ ਜਿਹੜੇ ਗੁਰੂ ਨੂੰ ਪੁੱਛ ਕੇ ਚੱਲਦੇ ਹੈ ਉਹ ਤਾਂ ਗੁਰੂ ਦਾ ਲੜ ਛੱਡਦੇ ਹੀ ਨਹੀਂ। ਉਹ ਨਹੀਂ ਲੜ ਛੱਡਦੇ, ਉਹ ਲੜ ਪੀढ़ी ਪਾਈ ਗੰਢ ਦੀ ਰੱਖਦੇ ਹਨ। ਤੋ ਇਹ ਜੀਵਨ ਦਾ ਪੰਧ ਫਿਰ ਮਨੁੱਖ ਇਸ ਤਰ੍ਹਾਂ ਮੁਕਾਉਂਦਾ ਜਿਹੜਾ ਗੁਰੂ ਦਾ ਲੜ ਫੜ ਲੈਂਦਾ ਹੈ। ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਸਾਡੇ ਜੀਵਨ ਦੇ ਵਿੱਚ ਧਰਮ ਇੱਕ ਜ਼ਰੂਰੀ ਚੀਜ਼ ਹੈ। ਜੋ ਗੁਰੂ ਸਾਹਿਬਾਨ ਨੇ ਸਾਨੂੰ ਜੀਵਨ ਦੀ ਜੁਗਤੀ ਸਮਝਾਈ, ਜੀਵਨ ਦਾ ਢੰਗ ਦੱਸਿਆ, ਅਸੀਂ ਸੰਸਾਰ ਨਾਲ ਕੀ ਰਿਸ਼ਤਾ ਰੱਖਣਾ,
ਨਿਰੰਕਾਰ ਨਾਲ ਰਿਸ਼ਤਾ ਕਿਵੇਂ ਰੱਖਣਾ, ਆਪਣੇ ਆਪ ਦਾ ਜੀਵਨ ਕਿਵੇਂ ਜਿਉਣਾ, ਅੰਦਰਲਾ ਜੀਵਨ ਕਿਵੇਂ ਜਿਉਣਾ, ਬਾਹਰਲਾ ਜੀਵਨ ਕਿਵੇਂ ਜਿਉਣਾ, ਇਹ ਸਭ ਇੱਕ ਧਰਮ ਨੇ, ਸਿੱਖ ਧਰਮ ਨੇ ਸਾਡੀ ਝੋਲੀ ਵੀ ਸਾਡੇ ਵਿੱਚ ਪਾ ਦਿੱਤਾ। ਤੇ ਉਹ ਹੈ ਬਵਾਨੀਆਂ ਕਹਾਣੀਆਂ, ਪੁੱਤ ਸਪੂਤ ਕਰੇਨ ਦੀ ਗੱਲ। ਇਹਨਾਂ ਨੂੰ ਪੜ੍ਹਦੇ ਰਹੀਏ, ਇਹਨਾਂ ਨੂੰ ਗਾਉਂਦੇ ਰਹੀਏ, ਇਹਨਾਂ ਨੂੰ ਸੱਚਮੁੱਚ ਆਪਣੇ ਜੀਵਨ ਨੂੰ ਜਿਉਂਦੇ ਰਹੀਏ। ਇਹ ਸਾਨੂੰ ਸਬੂਤ ਬਣਾ ਦੇਣਗੇ ਨਿਰੰਕਾਰ ਦੇ ਦੇਸ਼ ਦਾ ਵਾਸੀ ਬਣਾ। ਗੁਰੂ ਕਿਰਪਾ ਕਰੇ ਅਸੀਂ ਉਸ ਨਿਰੰਕਾਰ ਦੇ ਦੇਸ਼ ਦੇ ਵਾਸੀ ਬਣੀਏ ਔਰ ਇਸ ਧਰਮ ਦੀ ਮਾਰਗ ਤੇ ਚੱਲਦੇ ਹੋਏ ਪ੍ਰੀਤਮ ਦੇ ਘਰ ਵਿੱਚ ਪਹੁੰਚ ਸਕੀਏ। ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ।